ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵੀ ਸਵਾਗਤ ਹੈ ਜੀ। ਕਿਸਾਨ ਅੰਦੋਲਨ ਸਿਖਰ ਤੇ ਹੈ। ਇਸ ਅੰਦੋਲਨ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਉਦਯੋਗਪਤੀਆਂ ਨੂੰ ਧਿਆਨ 'ਚ ਰੱਖਦਿਆਂ, ਪੰਜਾਬ ਦੇ ਵਪਾਰੀਆਂ ਨੂੰ ਧਿਆਨ 'ਚ ਰੱਖਦਿਆਂ ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਨੂੰ ਲੰਘਣ ਲਈ ਰਾਹ ਦੇ ਦਿੱਤਾ। ਪਰ ਅਜੇ ਪੈਟਰੋਲ ਪੰਪਾਂ ਦੇ ਉੱਤੇ, ਅਜੇ ਟੋਲ ਪਲਾਜ਼ਿਆਂ 'ਤੇ ਪ੍ਰਦਰਸ਼ਨ ਜਾਰੀ ਆ। ਸਰਕਾਰ ਕਹਿੰਦੀ ਅਸੀਂ ਅਪੀਲ ਕੀਤੀ, ਸਾਡੀ ਸੁਣ ਲਈ, ਧੰਨਵਾਦ। ਪਰ ਇਸ ਸਭ ਦੇ ਦਰਮਿਆਨ ਜਿਹੜਾ ਇਹ ਤੈਅ ਹੋਇਆ ਕਿ ਹੁਣ 28 ਤਰੀਕ ਨੂੰ ਦਿੱਲੀ ਇੱਕ ਵੱਡੀ ਮੀਟਿੰਗ ਕਰਾਂਗੇ ਦੇਸ਼ ਭਰ ਦੇ ਕਿਸਾਨ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਦੀ, ਅਤੇ ਅਗਲਾ ਹਮਲਾ ਦਿੱਲੀ ਸਰਕਾਰ ਵੱਲ ਨੂੰ, ਕੇਂਦਰ ਸਰਕਾਰ ਵੱਲ ਨੂੰ, ਦਿੱਲੀ ਵੱਲ ਨੂੰ ਕੂਚ ਕਰਨ ਦਾ ਹੋਏਗਾ ਅਤੇ ਸਮੁੱਚੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ। ਸੋ ਇਹ ਸਾਰਾ ਰੋਸਾ ਚਾਹੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਉੱਠ ਖੜਾ ਹੋਇਆ ਹੋਵੇ, ਚਾਹੇ ਦੇਸ਼ ਦੇ ਅੰਨਦਾਤੇ ਦਾ ਉੱਠ ਖੜਾ ਹੋਵੇ, ਉਹਨਾਂ ਦੇ ਨਾਲ ਹੋਰ ਸਮਾਜਿਕ ਸੰਗਠਨਾਂ ਦਾ, ਹੋਰ ਜਥੇਬੰਦੀਆਂ ਦਾ ਆ ਜਾਣਾ, ਕੀ ਇਹ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਖਿਲਾਫ ਉੱਠ ਰਿਹਾ ਰੋਸ ਹੈ? ਕੀ ਇਹ ਕੇਂਦਰ ਸਰਕਾਰ ਦੀਆਂ ਨਲਾਇਕੀਆਂ ਖਿਲਾਫ ਉੱਠ ਰਿਹਾ ਇੱਕ ਸਾਂਝਾ ਰੋਸ ਹੈ? ਕਿਸਾਨ ਜਥੇਬੰਦੀਆਂ ਕੀ ਉਹਦਾ ਆਧਾਰ ਬਣੀਆਂ ਨੇ? ਕਿਸਾਨ ਜਥੇਬੰਦੀਆਂ, ਕਿਸਾਨ ਅੰਦੋਲਨ ਕੀ ਉਹਦਾ ਚਿਹਰਾ ਮੁਹਾਂਦਰਾ ਬਣਿਆ? ਸੋ ਕੇਂਦਰ ਸਰਕਾਰ ਕੀ ਹੁਣ ਚੌ ਪਾਸਿਓਂ ਘਿਰਦੀ ਤਾਂ ਨਹੀਂ ਨਜ਼ਰ ਆ ਰਹੀ? ਸੋ ਇਸ ਦੇ ਵਿੱਚ ਰਾਜਨੀਤਿਕ ਪਾਰਟੀਆਂ, ਖੇਤਰੀ ਪਾਰਟੀਆਂ ਕੀ ਆਪਣਾ ਮੁੜ ਕੇ ਪੁਨਰ ਜਨਮ ਤਾਂ ਨਹੀਂ ਵੇਖ ਰਹੀਆਂ? ਸੋ ਇਹ ਸਾਰਾ ਮਸਲਾ ਵੀ ਵਿਚਾਰਨਾ ਬਣਦਾ, ਅਤੇ ਇਸ ਮਸਲੇ ਨੂੰ ਵਿਚਾਰਨ ਲਈ ਉਸ ਢੰਗ ਦਾ ਹੀ, ਉਸ ਪੈਮਾਨੇ ਦਾ ਹੀ, ਉਸ ਪਾਏਦਾਰ ਹੀ ਸਾਡੇ ਕੋਲ ਮਹਿਮਾਨ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਪ੍ਰੋਫੈਸਰ ਸਾਹਿਬ ਸਵਾਗਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ, ਕਿਸਾਨ ਅੰਦੋਲਨ ਕੀ ਇਹ ਹੁਣ ਦੇਸ਼ ਦਾ ਅੰਦੋਲਨ ਬਣ ਗਿਆ? ਕੀ ਇਹਦੇ ਵਿੱਚੋਂ ਦੇਸ਼ ਸਾਰੀਆਂ ਸਮੱਸਿਆਵਾਂ ਦਾ ਹੱਲ ਇਸ ਅੰਦੋਲਨ ਦੇ ਵਿੱਚੋਂ ਦੇਖ ਰਿਹਾ? ਕੀ ਮਹਿਸੂਸ ਕਰਦੇ? ਦੇਖੋ, ਕਿਸਾਨ ਤੇ ਇੱਕ ਬਹਾਨਾ ਹੈਗਾ ਅੰਦੋਲਨ ਦਾ। ਉਹਨਾਂ ਨੇ ਇੱਕ ਸ਼ੁਰੂਆਤ ਕੀਤੀ ਆ, ਕਿਉਂਕਿ ਪੰਜਾਬ ਦੇ ਕਿਸਾਨ ਹੀ ਸਭ ਤੋਂ ਦੇਖੋ ਸਤਰਕ ਹੋ ਕੇ ਇੱਕਦਮ ਉਹਨਾਂ ਨੇ ਇਸ ਗੱਲ ਦਾ ਜਥੇਬੰਦਕ ਤੌਰ ਦੇ ਉੱਤੇ ਇੱਕਦਮ ਤਿਆਰੀਆਂ ਵੀ ਕੀਤੀਆਂ, ਆਪਣਾ ਇਕੱਠ ਵੀ ਬਣਾਇਆ ਔਰ ਲਗਾਤਾਰ ਇੱਕ ਰਜਿਸਟੈਂਸ ਮੂਵਮੈਂਟ ਜਿਹੜੀ ਕਿ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ, ਉਹ ਸ਼ੁਰੂਆਤ ਕੀਤੀ ਹੈ। ਪਰ ਜੇ ਇਹ ਸਮਝ ਲੈਣ ਕਿਸਾਨ ਵੀਰ ਵੀ, ਜੇ ਇਹ ਸਮਝ ਲੈਣ ਕਿ ਉਹ ਸਾਰੇ ਦੇ ਸਾਰੇ ਖੁਦ ਹੀ ਇਸ ਗੱਲ ਲਈ ਜ਼ਿੰਮੇਵਾਰ ਹੈਗੇ ਆ ਔਰ ਉਹਨਾਂ ਤੋਂ ਸ਼ੁਰੂ ਹੋ ਕੇ ਉਹਨਾਂ 'ਤੇ ਅੰਤ ਹੋਣਾ, ਤਾਂ ਇਹ ਉਹਨਾਂ ਨੂੰ ਭੁਲੇਖਾ ਹੋਊਗਾ। ਉਹ ਇੱਕ ਕੰਟਿੰਜੈਂਟ ਕਾਰਨ ਬਣੇ ਆ, ਜਿਹੜੇ ਤਤਕਾਲੀ ਕਾਰਨ ਬਣੇ ਹੈ, ਤਤਕਾਲੀ ਮੁੱਦਾ। ਹਾਂ ਬਿਲਕੁਲ, ਕਿਉਂਕਿ ਉਹਨਾਂ ਤੋਂ ਸ਼ੁਰੂਆਤ ਹੋਈ ਹੈ, ਇਹ ਐਂਡ ਉੱਥੇ ਨਹੀਂ ਹੋਣਾ ਹੈ। ਇਸ ਲਈ ਕਿਸਾਨ ਵੀਰਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਉਹ ਬਿਲਕੁਲ ਆਪਣੇ ਰੈਂਕਸ ਨੂੰ ਬੰਦ ਕਮਰਿਆਂ ਤੱਕ ਤੇ ਆਪਣੇ ਤੱਕ ਸੀਮਿਤ ਨਾ ਕਰਨ, ਉਹਦਾ ਦਾਇਰਾ ਵਿਸ਼ਾਲ ਕਰਨਾ ਪੈਣਾ ਆ। ਕਿਉਂਕਿ ਦੇਖੋ, ਉਹਨਾਂ ਨੂੰ ਇੱਕ ਵਿਜ਼ਨ ਜਿਹੜਾ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਦੱਸਣਾ ਪਊਗਾ, ਰੱਖਣਾ ਪਊਗਾ। ਇਹ ਨੈਗੇਟਿਵ ਅਪਰੋਚ ਕਿ ਦੂਸਰਾ ਨਾ ਆਵੇ, ਤੀਸਰਾ ਸਾਡੇ 'ਚ ਨਾ ਆਵੇ, ਬਾਹਰੋਂ ਰਹਿ ਕੇ ਸਪੋਰਟ ਕਰਨੀ ਆ ਤੇ ਕਰੇ, ਪਾਰਟੀਆਂ ਨੂੰ ਤੇ ਅਸੀਂ ਤੱਤੇ ਚਿਮਟੇ ਨਾਲ ਨਹੀਂ ਛੂਵਾਂਗੇ। ਕਿਉਂ ਬਈ? ਉਹ ਸਭ ਤੋਂ ਵੱਧ ਤੇ ਫਾਇਦਾ ਪੰਜਾਬ ਦਾ ਉਹਨਾਂ ਨੇ ਚੱਕਿਆ, ਸਭ ਤੋਂ ਵੱਧ ਬਿਜ਼ਨਸ ਉਹਨਾਂ ਨੇ ਬਣਾਏ, ਸਭ ਤੋਂ ਵੱਧ ਆਨੰਦ ਉਹਨਾਂ ਨੇ ਮਾਣੇ, ਤੇ ਜਦੋਂ ਕੰਮ ਦਾ ਵੇਲਾ ਆਇਆ ਉਹ ਕਿਉਂ ਨਾ ਕੰਮ ਕਰਨ? ਉਹਨਾਂ ਨੂੰ ਇਸ ਪੰਜਾਬ ਲਈ ਕੰਮ ਕਰਨਾ ਪਊਗਾ, ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਬਿਲਕੁਲ ਕਰਨਾ ਪਊਗਾ, ਡੰਡੇ ਦੇ ਜ਼ੋਰ ਤੇ ਲੈਣਾ ਪਊ, ਬਿਲਕੁਲ ਸਭ ਤੋਂ ਵੱਧ ਕਰਨਾ ਪਊਗਾ। ਔਰ ਅਸਲ 'ਚ ਕਿਸਾਨ ਜਥੇਬੰਦੀਆਂ ਨੇ ਦੋ ਕੰਮ ਉਹਨਾਂ ਤੋਂ ਲਏ ਆ। ਇੱਕ ਤੇ 9 ਮਾਸ ਦਾ ਰਿਸ਼ਤਾ ਤੋੜਿਆ, ਜਿਹੜਾ ਬੜੀ ਦੇਰ ਦਾ ਤੰਗ ਕਰ ਰਿਹਾ ਸੀਗਾ, ਤੇ ਉਹ ਜਿਹੜਾ ਪਤਾ ਲਾ ਉਹਨਾਂ ਨੂੰ ਦਿਖਾ ਦਿੱਤਾ ਕਿ ਤੁਹਾਡੀ ਜਗ੍ਹਾ ਪੰਜਾਬ ਆ, ਨਾ ਕਿ ਦਿੱਲੀ ਆ। ਔਰ ਉਹ ਜਿਹੜਾ 9 ਮਾਸ ਦਾ ਝੂਠਾ ਰਿਸ਼ਤਾ ਤੁਸੀਂ ਬਣਾਇਆ ਹੋਇਆ ਸੀ, ਉਹ ਅਸਲ 'ਚ ਹੈ ਨਹੀਂ ਸੀ। ਤੁਸੀਂ ਆਪਣੀ ਸੱਤਾ ਦੇ ਲਾਲਚ ਵਿੱਚ ਆਪਣੇ ਆਪ ਨੂੰ ਕਹਿੰਦੇ ਸੀ ਸਾਡਾ ਰਿਸ਼ਤਾ। ਉਂਝ ਤੇ ਇੱਥੋਂ ਸਟੂਡੀਓ ਤੋਂ ਬਾਹਰ ਹੋ ਤੇ ਇੱਕ ਦੂਜੇ ਦੀਆਂ ਉਹ ਚੁਗਲੀਆਂ ਕਰਦੇ ਸੀ, ਗਾਲਾਂ ਕੱਢਦੇ ਸੀ, ਠਿੱਬੀ ਲਾਉਣ ਦੀਆਂ ਗੱਲਾਂ ਕਰਦੇ ਸੀ। ਉਹ ਰਿਸ਼ਤਾ ਨਹੀਂ ਸੀ, ਤੇ ਲੋਕਾਂ 'ਚ ਪ੍ਰੋਜੈਕਸ਼ਨ ਸੀ ਕਿ ਅਸੀਂ ਬਹੁਤ ਇੱਕ ਆ, ਘਿਓ ਖਿਚੜੀਆਂ, ਕਿਉਂਕਿ ਸੱਤਾ ਦਾ ਆਨੰਦ ਉੱਥੋਂ ਨਿਕਲਦਾ ਸੀ। ਉਹ ਵੀ ਲੋਕਾਂ ਨੇ ਤੋੜਿਆ ਨਾ। ਦੂਜਾ ਜਿਹੜਾ ਅਸੈਂਬਲੀ 'ਚ ਪਾਸ ਕਰਾ ਕੇ ਧਮਕੀਆਂ ਦੇ ਕੇ ਕਿ ਜੇ ਤੁਸੀਂ ਨਹੀਂ ਅਸੈਂਬਲੀ ਦਾ ਸੈਸ਼ਨ ਛੇਤੀ ਸੱਦੋਗੇ ਤੇ ਤੁਹਾਨੂੰ ਵੀ ਅਸੀਂ ਦਿੱਲੀ ਵਾਂਗੂ ਮਜ਼ੇ 'ਚ ਖਾਵਾਂਗੇ। ਉਹਦਾ ਬੁਰਾ ਵੀ ਲੱਗਾ ਅਮਰਿੰਦਰ ਨੂੰ। ਤੁਸੀਂ ਬਿਲਕੁਲ ਉਹਨਾਂ ਨੇ ਕਿਹਾ ਕਿ ਅਸੀਂ ਕਾਂਗਰਸੀ ਲੀਡਰਾਂ ਦੇ ਕਰਕੇ ਰਾਂਗੇ। ਇੱਥੇ ਤੱਕ ਹੀ ਨਹੀਂ ਰਹੇ। ਕਾਂਗਰਸੀ ਲੀਡਰਾਂ ਨੇ ਕਿਹਾ ਕਿ ਸਾਡੀ ਜਿਹੜੀ ਹੈ ਬਿਊਰੋਕਰੇਸੀ ਔਰ ਜਿਹੜੇ ਵਕੀਲ ਸਾਹਿਬਾਨ ਆ, ਏਜੀ ਜਾਂ ਹੋਰ ਸਾਰੀ ਉਹਨਾਂ ਦੀ ਟੀਮ, ਉਹ ਸਾਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ। ਇੱਧਰ ਉੱਧਰ ਸਲਿੱਪ ਸ਼ਾਰਟ ਜਿਹਾ ਕੋਈ ਬਿੱਲ ਲਿਆਉਣਾ ਚਾਹੁੰਦੀ, ਜਿਹਦੇ 'ਚ ਸਾਡੇ ਵੱਸ ਦੀ ਗੱਲ ਨਹੀਂ। ਇਹ ਜਿਹੜੇ ਆ ਇਹਨਾਂ ਨੂੰ ਵੀ ਵਿੱਚੇ ਰੱਖਣਾ ਚਾਹੀਦਾ। ਕਿਸਾਨ ਕਹਿੰਦੇ ਲੈ ਇਹ ਵੀ ਠੀਕ ਹੈ, ਅਸੀਂ ਇਹਨਾਂ ਦੀ ਵੀ ਮੰਜੀ ਠੋਕਾਂਗੇ। ਔਰ ਐਡਾ ਵੱਡਾ ਉਹਨਾਂ ਨੇ ਦਬਾਅ ਬਣਾਇਆ, ਉਹਦਾ ਰਿਜ਼ਲਟ ਇਹ ਨਿਕਲਿਆ ਕਿ ਭਾਵੇਂ ਠੀਕ ਹੈ ਆਈਡੀਅਲ ਇਹ ਤਿੰਨੇ ਬਿੱਲ ਜਾਂ ਚਾਰੇ ਜਿਹੜੇ ਆਏ ਆ ਉਹ ਨਹੀਂ ਹੈਗੇ, ਪਰ ਜੋ ਵੀ ਉਹਨਾਂ ਨੇ ਕੀਤਾ ਕਿਸਾਨ ਬਹੁਤ ਖੁਸ਼ ਆ ਔਰ ਉਹ ਬੜੀ ਵੱਡੀ ਰਾਜਨੀਤਿਕ ਅਚੀਵਮੈਂਟ ਆ। ਬਾਕੀ ਜਿਹੜੇ ਇਹਦਾ ਕਿੰਨਾ ਕੁ ਫਾਇਦਾ ਐਕਚੁਅਲੀ ਹੋਊਗਾ ਉਹ ਤੇ ਬਾਅਦ ਦੀਆਂ ਗੱਲਾਂ, ਪਰ ਇੱਕ ਉਹਨਾਂ ਨੇ ਅੰਗੂਠਾ ਦੇ ਕੇ ਐਨ ਫੜ ਕੇ ਕੈਪਟਨ ਸਾਹਿਬ ਤੋਂ ਵੀ ਤੇ ਸਾਰੀਆਂ ਵਿਰੋਧੀ ਪਾਰਟੀਆਂ ਦੇ 115 ਦੀਆਂ 15 ਮੈਂਬਰਾਂ ਨੂੰ ਸੂਤਰ ਕਰਤਾ। 2 ਬੰਦੇ ਭੱਜ ਗਏ, ਮੈਦਾਨ ਹੀ ਛੱਡ ਗਏ। ਉਹਨਾਂ ਨੇ ਕੀ ਕਹਿਣਾ, ਜਿਹੜਾ ਛੱਡ ਹੀ ਗਏ। ਔਰ ਜਿਹੜੇ ਆਏ ਉਹਨਾਂ ਨੇ ਬਿਲਕੁਲ ਕਿਸਾਨਾਂ ਦੀ ਭਾਸ਼ਾ ਬੋਲੀ। ਇਹ ਛੋਟੀਆਂ ਗੱਲਾਂ ਨੇ, ਪਰ ਮੇਰੇ ਕਿਸਾਨ ਵੀਰਾਂ ਨੂੰ ਇਹ ਦੀਪਕ ਜੀ ਸਮਝਣਾ ਪਊਗਾ
ਕਿ ਜਿਹੜੀਆਂ ਬਾਕੀ ਸ਼ਕਤੀਆਂ ਉਹ ਸਾਰੇ ਨਹੀਂ ਹੈਗੇ। ਫਿਰ ਦੇਖੋ ਹਰ ਬੰਦੇ ਕੋਲ ਆਪਣੀ ਕਲਾ ਹੈ, ਕਿਸੇ ਕੋਲ ਸਮਝ ਦੀ ਕਲਾ ਆ, ਕਿਸੇ ਕੋਲ ਕਲਚਰਲ ਕਲਾ ਆ, ਸਿੰਗਰ ਆ, ਹੋਰ ਸਾਡੇ ਹੈਗੇ ਆ, ਉਹਨਾਂ ਕੋਲ ਲੋਕਾਂ ਨੂੰ ਇਕੱਠੇ ਕਰਨ ਦੀ ਕਲਾ ਹੈ ਨਾ। ਇਸ ਤਰੀਕੇ ਨਾਲ ਉਹ ਯੂਥ ਦੇ ਹੀਰੋ ਵੀ ਹੈਗੇ ਬਹੁਤ ਸਾਰੇ, ਸਾਹਿਤ ਕਰਮੀ ਨਾਲ ਲਿਖਣ ਦਾ ਯੋਗਦਾਨ, ਲਿਖਣ ਵਾਲੇ ਲਿਖ ਰਹੇ ਆ। ਇਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਦੀ ਵੀ ਜਿਹੜੀ ਇੱਕ ਟ੍ਰੇਨਿੰਗ ਆ ਕਿ ਤੁਸੀਂ ਗੱਲ ਨੂੰ ਕਿਵੇਂ ਤੋਰਨਾ ਅੱਗੇ ਆਪਣੇ ਸੂਬੇ ਦੇ ਹੱਕ 'ਚ, ਜੇ ਉਹ ਸੰਜੀਦਾ, ਤੇ ਉਹਨਾਂ ਦਾ ਵੀ ਬਹੁਤ ਵੱਡਾ ਇਮਤਿਹਾਨ ਹੈਗਾ। ਮੈਨੂੰ ਲੱਗਦਾ ਇਹ ਸਾਰੀਆਂ ਜਿਹੜੀਆਂ ਖਿੰਡਰੀਆਂ ਪੁੰਡਰੀਆਂ ਸ਼ਕਤੀਆਂ ਆ, ਕਿਸਾਨ ਖੁਦ ਵੱਲੋਂ ਕੋਸ਼ਿਸ਼ ਕਰਨ, ਜੇ ਨਹੀਂ ਵੀ ਕੋਸ਼ਿਸ਼ ਕਰਨੀ ਤਾਂ ਘੱਟੋ ਘੱਟ ਉਹਨਾਂ ਨੂੰ ਜਗ੍ਹਾ ਦੇਣ, ਉਹਨਾਂ ਨੂੰ ਮੌਕਾ ਦੇਣ, ਪਰਾਂ ਧੱਕਣ ਦੀ ਕੋਸ਼ਿਸ਼ ਨਾ ਕਰਨ। ਪ੍ਰੋਫੈਸਰ ਸਾਹਿਬ, ਤੁਸੀਂ ਕਿਹਾ ਕਿ ਇਹ ਕਿਸਾਨ ਅੰਦੋਲਨ ਦੀ ਸ਼ਕਤੀ ਸੀ ਕਿ ਉਹਨੇ 9 ਮਾਸ ਦਾ ਰਿਸ਼ਤਾ ਤੜਾਤਾ, ਇਹ ਕਿਸਾਨ ਅੰਦੋਲਨ ਦੀ ਤਾਕਤ ਸੀ ਕਿ ਉਹਨੇ ਸਾਰੀਆਂ ਲੀਡਰਾਂ ਨੂੰ ਇੱਕ ਸੁਰ 'ਚ ਬੋਲਣ ਲਈ ਮਜਬੂਰ ਕੀਤਾ, ਸੈਸ਼ਨ ਬੁਲਾਇਆ। ਕਿ ਇਹੀ ਕਿਸਾਨ ਅੰਦੋਲਨ ਤੋਂ ਤੁਸੀਂ ਹੁਣ ਇਹ ਆਸ ਕਰਦੇ ਹੋ ਕਿ ਸਾਰੇ 115 ਐਮਐਲਏ ਨੂੰ ਕਹਿਣ ਕਿ ਚਲੋ ਦਿੱਲੀ ਤੁਰੋ, ਅਸੀਂ ਚੱਲੇ ਹਾਂ ਦਿੱਲੀ, ਸਾਡੇ ਨਾਲ ਤੁਰੋ? ਇਹ ਬਹੁਤ ਤਕੜੀ ਗੱਲ, ਇਹ ਹੋ ਸਕਦਾ? ਤਾਂ ਇਹ ਬਹੁਤ ਤਕੜੀ ਗੱਲ, ਤੁਸੀਂ ਉਸ ਗੱਲ ਨੂੰ ਹੋਰ ਵੀ ਕਰਤਾ। ਮੈਂ ਉਹਨੂੰ ਇੱਕ ਸਟੈਪ ਹੋਰ ਵੀ ਅੱਗੇ ਕਹਿਣਾ, ਮੈਂ ਕਹਿੰਦਾ ਬਹੁਤ ਸਾਰੀਆਂ ਪਾਰਟੀਆਂ ਇਹੋ ਜਿਹੀਆਂ ਜਿਹੜੀਆਂ ਨਹੀਂ ਜਾ ਸਕਦੀਆਂ ਅਸੈਂਬਲੀ 'ਚ। ਕਾਮਰੇਡ ਪਾਰਟੀਆਂ ਇੰਨੀਆਂ ਹੈਗੀਆਂ, ਹੋਰ ਛੋਟੀਆਂ ਪਾਰਟੀਆਂ ਹੋਣਗੀਆਂ। ਬੀਐਸਪੀ ਹੈ, ਜੇ ਉਹਨਾਂ ਦਾ ਐਮਐਲਏ ਨਹੀਂ ਤੇ ਕੋਈ ਉਹਨਾਂ ਦਾ ਆਧਾਰ ਨਹੀਂ, ਬਹੁਤ ਤਕੜਾ ਆਧਾਰ ਆ, ਬਹੁਤ ਉਹਨਾਂ ਦੀਆਂ ਵੋਟਾਂ ਹੈਗੀਆਂ। ਸਾਰੇ ਮਾਨ ਦਲ ਬੈਠਾ ਹੈ, ਉਹ ਡੈਮੋਕ੍ਰੈਟਿਕ ਢੀਂਡ ਸੇ ਬਿਲਕੁਲ ਉਹ ਸਰਬ ਪਾਰਟੀਆਂ ਨੂੰ ਇੱਕ ਐਨ ਮੌਕਾ ਦੇਣਾ ਚਾਹੀਦਾ, ਔਰ ਖੁੱਲੇ ਮਨ ਦੇ ਨਾਲ। ਇਹ ਨਹੀਂ ਕਿ ਮੈਨੂੰ ਕੀ ਫਾਇਦਾ ਹੋਊਗਾ ਆਉਣ ਵਾਲੀਆਂ 2022 ਦੇ ਵਿੱਚ ਮੈਨੂੰ ਵੋਟਾਂ ਕਿੰਨੀਆਂ, ਇਹ ਭੁੱਲ ਜਾਓ ਹਾਲ ਦੀ ਘੜੀ। ਜੇ ਪੰਜਾਬ ਰਹੂ ਤਾਂ ਵੋਟਾਂ ਪੈਣਗੀਆਂ। ਬਿਲਕੁਲ। ਜੇ ਪੰਜਾਬ ਹੀ ਸੰਕਟ 'ਚ ਫਸ ਗਿਆ, ਜੇ ਕਿਸਾਨੀ ਦੀ ਹੀ ਪਿੱਠ ਟੁੱਟ ਲੱਗ ਗਈ ਜਾਂ ਉਹਨਾਂ ਦੀ ਲੱਕ ਟੁੱਟ ਗਿਆ, ਤਾਂ ਫਿਰ ਪੰਜਾਬ ਵੋਟਰ ਦੀ ਹੋਂਦ ਹੀ ਨਹੀਂ ਰਹੀ, ਫਿਰ ਵੋਟ ਕਿੱਥੇ? ਫਿਰ ਕਾਹਦੇ ਤੇ ਰਾਜ ਕਰੂਗਾ? ਲਾਸ਼ਾਂ ਤੇ ਰਾਜ ਕਰੋਗੇ ਤੁਸੀਂ, ਇੱਥੇ ਖਾਲੀ ਮੈਦਾਨ ਦੇ ਵਿੱਚ ਰਾਜ ਕਰੋਗੇ। ਪੰਜਾਬ ਉੱਜੜ ਜਾਊਗਾ। ਕਾਹਤੇ ਉੱਜੜੇ ਬਾਗਾਂ ਦੇ ਗਾਲੜ ਪਟਵਾਰੀ ਫਿਰ ਗਾਲੜ ਬਣ ਕੇ ਬਹਿ ਜਾਣਗੇ। ਇਸ ਲਈ ਇਹਨਾਂ ਨੂੰ ਹੁਣ ਆਪਣਾ ਯੋਗਦਾਨ ਕੀ ਹੈ? ਇਹ ਨਹੀਂ ਕਿ ਅਸੈਂਬਲੀ 'ਚ ਪਾਸ ਕਰਤਾ ਹੁਣ ਮੌਜਾਂ ਕਰੋ ਜੀ, ਹੁਣ ਤੁਸੀਂ ਪਿੱਛੇ ਇੱਕ ਦੂਜੇ ਨਾਲ ਰਾਜਨੀਤੀ ਕਰਦੇ ਫਿਰੋ ਨਾ। ਇਹਨਾਂ ਨੂੰ ਵੀ ਕੰਮੇ ਲਾਉਣਾ ਚਾਹੀਦਾ। 115 ਹੀ ਨਹੀਂ, 115 ਪਲੱਸ ਜਿਹੜੀਆਂ ਹੋਰ ਪਾਰਟੀਆਂ ਵੀ ਹੈਗੀਆਂ, ਉਹਨਾਂ ਦੇ ਵਿੱਚ ਵੀ ਬੜੇ ਕੰਪੀਟੈਂਟ ਲੀਡਰ ਆ, ਬੜਾ ਤਜਰਬਾ ਆ, ਉਹਨਾਂ ਨੂੰ ਮੂਵਮੈਂਟ ਦਾ ਤਜਰਬਾ, ਉਹਨਾਂ ਕੋਲ ਕਾਡਰ ਹੈਗਾ, ਜਥੇਬੰਦੀ ਹੈਗੀ, ਔਰ ਉਹਨਾਂ ਨੂੰ ਲੱਗੇ ਕਿ ਸਾਨੂੰ ਵੀ ਉਸ ਪੰਜਾਬ ਦੇ ਮਹਾਯੱਗ ਦੇ ਵਿੱਚ ਔਰ ਇਸ ਯੁੱਗ ਦੇ ਵਿੱਚ ਇਸ ਕਿਸਮ ਦਾ ਇੱਕ ਮੌਕਾ ਦਿੱਤਾ ਕਿ ਅਸੀਂ ਸਮੁੱਚੇ ਸਾਰੇ ਜ਼ਿੰਮੇਵਾਰ ਵਿਅਕਤੀਆਂ ਵਾਂਗੂ ਤੇ ਪਾਰਟੀਆਂ ਵਾਂਗੂ ਵਿਚਰੇ ਹਾਂ, ਔਰ ਪੰਜਾਬ ਨੂੰ ਬਚਾਉਣ ਦੀ ਇੱਕ ਹੋਕਾ ਲੱਗੇ, ਪੂਰੀ ਮਤਲਬ ਕਾਲ ਆਏ। ਕੀ ਬਣਦਾ ਦੇਖੋ ਕਿ ਸਰਬ ਪਾਰਟੀ ਮੀਟਿੰਗ ਬੁਲਾ ਕੇ ਕਿਸਾਨ ਜਥੇਬੰਦੀਆਂ ਨਾਲ ਲੈ ਕੇ ਇਹਨਾਂ ਨੂੰ ਸਾਰਿਆਂ ਨੂੰ ਦਿੱਲੀ ਨੂੰ ਕੂਚ ਕਰਨ, ਜਾਂ ਕੋਈ ਰਣਨੀਤੀ ਬਣੇ ਕਿ ਸਾਰੇ ਲੀਡਰਾਂ ਨੂੰ ਲੈ ਕੇ ਅਮਰਿੰਦਰ ਜਾਣ? ਤੁਸੀਂ ਕੀ ਸੋਚਦੇ ਹੋ ਕਿ ਜਾਂ ਜਥੇਬੰਦੀਆਂ, ਕਿਉਂਕਿ ਕਿਸਾਨ ਜਥੇਬੰਦੀਆਂ ਇਸ ਗੱਲ ਲਈ ਸਾਫ਼ ਨੇ ਕਿ ਸਾਡੀ ਸਟੇਜ ਤੇ ਕੋਈ ਰਾਜਨੀਤਿਕ ਲੀਡਰ ਨੂੰ ਥਾਂ ਨਹੀਂ ਮਿਲੇਗੀ, ਪਿੱਛੇ ਆ ਕੇ ਤੁਰਨ। ਇਹੀ ਗੱਲ ਹੈ ਨਾ, ਕਿਉਂਕਿ ਰਾਜਨੀਤਿਕ ਲੋਕਾਂ ਨੇ ਅੱਜ ਤੱਕ ਲੋਕਾਂ ਨੂੰ ਲੁੱਟਿਆ, ਉਹਨਾਂ ਤੇ ਕੋਈ ਕਿਸੇ ਕਿਸਮ ਨੂੰ ਭਰੋਸਾ ਨਹੀਂ। ਮੈਂ ਖੁਦ ਬਹੁਤ ਵਾਰੀ ਕਹਿੰਦਾ ਆ ਕਿ ਇਸ ਜਿਹੜੀ ਜਮਾਤ ਆ, ਉਹਨਾਂ ਨੇ ਆਪਣੇ ਕੰਮ ਤੋਂ ਉਲਟ ਇਹੋ ਜਿਹੀਆਂ ਬਦਨਾਮੀ ਵਾਲੇ ਕੰਮ ਕੀਤੇ ਆ, ਭਾਵੇਂ ਰੇਤਾ ਬੱਜਰੀ ਹੋਏ ਜਾਂ ਡਰੱਗ ਦਾ ਹੋਏ ਜਾਂ ਪੜ੍ਹਾਈ ਤੇ ਸਿਹਤ ਤੇ ਸਿੱਖਿਆ ਦਾ ਜੋ ਇੱਥੇ ਪੰਜਾਬ 'ਚ ਦੁਰਦਸ਼ਾ ਹੋਈ, ਉਹ ਇਹਨਾਂ ਦੀਆਂ ਬੇਕਰਤੂਤੀਆਂ ਕਰਕੇ। ਤੇ ਕਿਹੜਾ ਇਹਨਾਂ ਦੇ ਭਰੋਸਾ ਕਰੂ? ਅੱਜ ਨਹੀਂ ਕਰੂਗੇ। ਉਹ ਇਸੇ ਕਰਕੇ ਭਰੋਸਾ ਨਹੀਂ ਕਰ ਰਹੇ। ਉਹਨਾਂ ਨੂੰ ਇਹ ਹੈ ਕਿ ਸਾਡੀ ਮੂਵਮੈਂਟ ਦੇ ਵਿੱਚ ਇਹ ਆਪਣੀ ਰਾਜਨੀਤੀ ਘਸੋੜ ਕੇ ਵੋਟਾਂ ਕਿਵੇਂ ਬਣਾਉਣੀਆਂ ਉਧਰ ਨੂੰ ਲੈ ਜਾਣਗੇ। ਇਸ ਲਈ ਆਪਾਂ ਨੂੰ ਇਹ ਇੱਕ ਟਾਈਟ ਰੋਪ ਵਾਕ ਵਾਲੀ ਗੱਲ ਹੋਊਗੀ ਕਿ ਇੰਨਾ ਸੌਖਾ ਕੰਮ ਨਹੀਂ। ਪਰ ਸ਼ੁਰੂਆਤ ਪਹਿਲਾਂ ਇੱਕ ਅਲੱਗ ਪਾਰਟੀਆਂ ਆਪਣਾ ਮਹਾਜ ਦੇ ਬਣਾਉਣ, ਪਹਿਲਾਂ ਵਾਂਗੂ ਨਾ ਹੋਵੇ ਜੋ ਪਹਿਲਾਂ ਮੈਂ ਕੈਪਟਨ ਨੇ ਕੀਤਾ, ਆਲ ਪਾਰਟੀ ਮੀਟਿੰਗ ਕੀਤੀ ਉਹਦੇ ਵਿੱਚ। ਪਰ ਉਦੋਂ ਹਾਲਾਤ ਵੀ ਹੋਰ ਸੀ। ਉਦੋਂ ਇੱਕ ਤੇ ਸਵਿੰਗ ਐਡਾ ਜ਼ਿਆਦਾ ਮੂਵਮੈਂਟ ਦਾ ਨਹੀਂ ਸੀ, ਉਮੀਦ ਨਹੀਂ ਸੀ, ਉਦੋਂ ਆਰਡੀਨੈਂਸ ਸੀਗੇ, ਉਦੋਂ ਪਾਸ ਵੀ ਨਹੀਂ। ਉਹਨਾਂ ਨੇ ਕਿਹਾ ਕਿ ਉਦੋਂ ਤੇ ਅਜੇ ਅਕਾਲੀ ਦਲ ਵੀ ਵਿੱਚੇ ਹੀ ਸੀ, ਉਹ ਕਦੀ ਇੱਕ ਲਾਤੇ ਇੱਧਰ ਸੀ, ਇੱਕ ਦਿੱਲੀ 'ਚ ਸੀ, ਇਸ ਕਿਸਮ ਦਾ ਉਹ ਮਾਹੌਲ ਹੋਰ ਸੀ। ਪਰ ਜੋ ਅੱਜ ਮਾਹੌਲ ਬਣਿਆ, ਰਾਜਨੀਤਿਕ ਪਾਰਟੀਆਂ ਨੂੰ ਹੁਣ ਜਾਂ ਕਿਸਾਨਾਂ ਨੂੰ ਇਹ ਕਾਲ ਦੇਣੀ ਚਾਹੀਦੀ ਹੈ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿੱਥੋਂ ਸ਼ੁਰੂ ਹੋਵੇ, ਕਿਸਾਨਾਂ ਨੂੰ ਇਹ ਕਾਲ ਦੇਣੀ ਚਾਹੀਦੀ ਹੈ ਕਿ ਜਿਹੜੇ ਵੀ ਬਾਕੀ ਦੇ ਸਮੁਦਾਇ ਹੈਗੇ ਆ, ਭਾਵੇਂ ਉਹ ਪਾਰਟੀਆਂ ਹੋਣ, ਭਾਵੇਂ ਉਹ ਹੋਰ NGOs ਹੋਣ, ਭਾਵੇਂ ਉਹ ਛੋਟੇ ਛੋਟੇ ਹੋਰ ਪਲੇਟਫਾਰਮ ਹੋਣ, ਭਾਵੇਂ ਉਹ ਰਾਈਟਰਸ ਐਸੋਸੀਏਸ਼ਨਸ ਹੋਵੇ, ਜਰਨਲਿਸਟਾਂ ਦੀ ਐਸੋਸੀਏਸ਼ਨਸ ਹੈਗੀ ਆ, ਜਾਣੀ ਇੱਕ ਆਲ ਪਾਰਟੀ ਜਾਂ ਪੀਪਲਜ਼ ਮੂਵਮੈਂਟ, ਇਹਨੂੰ ਰੀਅਲ ਸੈਂਸ ਲੋਕਾਂ ਦੀ ਪੰਜਾਬ ਲੋਕ ਮਹਾਜ, ਇਸ ਕਿਸਮ ਦਾ ਇੱਕ ਵੱਡਾ ਮਹਾਜ ਬਣੇ। ਉਹਦੇ 'ਚ ਕਿਸਾਨ ਆਪਣੇ ਤੌਰ ਤੇ ਬਿਲਕੁਲ ਕਰੀ ਜਾਣ, ਭਾਵੇਂ ਇਹਨਾਂ ਨੂੰ ਲਾਗੇ ਦੀਪਕ ਨਾ ਲੱਗਣ ਦੇਣ, ਪਰ ਨਾਲ ਹੀ ਇੱਕ ਉਹਨਾਂ ਦੀ ਇੱਕ ਇਹੋ ਜਿਹੀ ਕੋਆਰਡੀਨੇਸ਼ਨ ਵੀ ਰਹੇ ਕਿ ਇੱਕ
ਇੱਕ ਦੂਜੇ ਉਹ 5 ਬੰਦੇ ਉਹ ਬਹਿ ਜਾਣ ਜਿਸ ਤਰ੍ਹਾਂ ਹੋਣੇ ਆ ਜੀ ਪ੍ਰੈਕਟਿਸ ਵਿੱਚੋਂ 3 ਬੰਦੇ ਆਉਂਦੇ ਨਹੀਂ ਬਿਲਕੁਲ, ਹਰ ਮੀਟਿੰਗ ਦੇ ਵਿੱਚ ਆਉਂਦੇ ਆ ਨਾ ਕਦੀ ਆਉਂਦੇ ਸੀਗੇ ਉਹਨਾਂ ਦੇ ਬਾਹਰ ਟਾਈਮ ਲੈ ਕੇ ਕਿੰਨਾ ਕਰਦੇ ਹੁਣ ਉਹ ਮਿੰਨਤਾਂ ਕਰਕੇ ਆਉਂਦੇ ਸਾਨੂੰ ਮੜ ਜਾ ਟਾਈਮ ਦੇ ਦਿਓ ਮਿਨਿਸਟਰ ਆਉਂਦੇ ਆ ਬਿਲਕੁਲ ਬਿਲਕੁਲ ਇਸ ਕਿਸਮ ਦਾ ਕੋਆਰਡੀਨੇਸ਼ਨ ਉਹਨਾਂ ਪਾਰਟੀਆਂ ਚੋਂ 10 ਬੰਦੇ ਪਾਰਟੀਆਂ ਦੇ ਹੁਣ 10 ਬੰਦੇ ਕਿਸਾਨ ਯੂਨੀਅਨਾਂ ਦੇ ਹੋਣ ਉਹ ਇੱਕ ਕੋਆਰਡੀਨੇਸ਼ਨ ਬਣੇ ਇਸੇ ਤਰੀਕੇ ਨਾਲ ਜਿਹੜੀਆਂ ਬਾਕੀ ਦੀਆਂ ਵੀ ਜਥੇਬੰਦੀਆਂ ਉਹਨਾਂ ਦੇ ਹੌਲੀ ਇੱਕ ਨੁਮਾਇੰਦੇ ਇੱਕ ਮਹਾ ਸਭਾ ਉੱਪਰ ਟੌਪ ਤੇ ਬਣ ਜਾਏ ਔਰ ਲੌਂਗ ਰਨ ਦੇ ਵਿੱਚ ਮੇਰਾ ਖਿਆਲ ਹੈ ਕਿ ਪੰਜਾਬ ਘੱਟੋ ਘੱਟ ਇਸ ਮੁੱਦੇ ਨੂੰ ਲੈ ਕੇ ਕੱਲਾ ਸਿੰਪਲੀ ਪੈਜੈਂਟਰੀ ਦੇ ਜਾਂ ਕਿਸਾਨੀ ਦੇ ਮੁੱਦਿਆਂ ਤੱਕ ਨਾ ਸੀਮਤ ਹੋ ਕੇ ਇਸ ਨੂੰ ਸੰਘੀ ਢਾਂਚੇ ਨੂੰ ਮਜ਼ਬੂਤ ਕਿਵੇਂ ਕਰਨਾ ਤੇ ਆਉਣ ਵਾਲੇ ਸਮੇਂ ਲਈ ਸਦਾ ਲਈ ਦਿੱਲੀ ਨੂੰ ਸਬਕ ਸਿਖਾ ਕੇ ਬਾਕੀ ਸੂਬਿਆਂ ਦੀ ਵੀ ਸੇਵਾ ਕਿਵੇਂ ਕਰਨੀ ਆ ਉਧਰ ਨੂੰ ਚੱਲ ਸਕਦਾ ਮੈਂ ਫਿਰ ਸਾਹਿਬ ਬ੍ਰੇਕ ਤੋਂ ਬਾਅਦ ਉਸ ਤੇ ਵੀ ਆਉਂਗਾ ਕਿ ਸੰਘੀ ਢਾਂਚੇ ਵਾਲੀ ਖੇਤਰੀ ਸੂਬਿਆਂ ਦੀ ਜਿਹੜੀ ਤਾਕਤ ਵਾਲੀ ਗੱਲ ਹੈ ਜਾਂ ਹੋਰ ਵਰਗ ਜਿਹੜੇ ਚਾਹੇ ਉਹ ਵਪਾਰੀ ਵਰਗ ਸਾਡਾ ਪਰੇਸ਼ਾਨ ਹੈ ਦਲਿਤ ਵਰਗ ਸਾਡਾ ਪਰੇਸ਼ਾਨ ਹੈ ਹੋਰ ਜਿਹੜੀਆਂ ਸਮੱਸਿਆਵਾਂ ਨੇ ਉਹ ਵੀ ਇਸ ਦੀ ਤਾਕਤ ਕਿਵੇਂ ਬਣ ਸਕਦੀ ਇਹਦੇ ਪਰ ਵੀ ਆਉਂਗਾ ਪਰ ਮੈਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਇੱਕ ਸਵਾਲ ਇਹਦਾ ਨਾਲ ਲੈਣਾ ਚਾਹੁੰਦਾ ਕਿ ਤੁਸੀਂ ਗੱਲ ਕੀਤੀ ਸਰਬ ਪਾਰਟੀ ਮੀਟਿੰਗ ਦੀ ਸਰਬ ਦਲਾਂ ਦੀ ਬੈਠਕ ਦੀ ਆ ਵਿਧਾਨ ਸਭਾ ਦੇ ਵਿੱਚ ਜਿਹੜੇ ਇਕੱਠੇ ਦਿਖਦੇ ਸੀ ਉਹ ਇੱਕ ਦਿਨ ਪਹਿਲਾਂ ਵੀ ਡਰਾਮਾ ਕਰਦੇ ਨੇ ਟਰੈਕਟਰਾਂ ਤੇ ਜਾ ਕਾਪੀਆਂ ਸਾੜ ਜਦੋਂ ਕਿ ਪ੍ਰਦਰਸ਼ਨ ਕੇਂਦਰ ਖਿਲਾਫ ਹੋਣਾ ਚਾਹੀਦਾ ਸੀ ਤੇ ਦੂਸਰੇ ਦਿਨ ਕੱਲ ਬਾਹਰ ਆ ਕੇ ਵੀ ਡਰਾਮਾ ਕੇਜਰੀਵਾਲ ਤੇ ਅਮਰਿੰਦਰ ਸਿੰਘ ਟਵੀਟ ਖੇਲੀ ਜਾਂਦੇ ਨੇ ਆਪਸ ਦੇ ਵਿੱਚ ਇੱਕ ਦੂਏ ਨੂੰ ਹੈ ਤੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਾਲੇ ਡਰਾਮਾ ਕਰੀ ਜਾਂਦੇ ਨੇ ਕਿ ਕੱਲ ਗਲਤ ਹੋ ਗਿਆ ਠੀਕ ਹੋ ਗਿਆ ਸੋ ਜਿਹੜਾ ਇਹ ਡਰਾਮਾ ਅਜੇ ਵੀ ਚੱਲਾ ਕੀ ਇਹਨਾਂ ਤੋਂ ਭਰੋਸਾ ਕਰਾਂਗੇ ਕਿ ਦਿੱਲੀ ਨੂੰ ਤੁਰਦੇ ਹੋਏ ਇਕਜੁੱਟ ਵੀ ਰਹਿ ਜਾਣਗੇ ਦੇਖੋ ਜਦੋਂ ਇਹ ਕਾਲ ਦੇਣਗੇ ਤੇ ਉਹਨਾਂ ਦਾ ਇਮਤਿਹਾਨ ਆ ਤੂੰ ਉਹਨਾਂ ਨੂੰ ਪਰਚਾ ਤੇ ਪਾਓ ਜੇ ਪਰਚਾ ਹੀ ਨਹੀਂ ਪਾਊਗਾ ਤੇ ਫਿਰ ਤੇ ਕਹਿਣਗੇ ਸਾਨੂੰ ਤਾਂ ਜੀ ਕੋਈ ਸਵਾਲ ਪਾਇਆ ਹੀ ਨਹੀਂ ਸੀ ਇਹਨਾਂ ਨੂੰ ਜਥੇਬੰਦੀਆਂ ਨੂੰ ਕਹਿਣਾ ਚਾਹੀਦਾ ਕਿ ਤੁਹਾਡਾ ਰੋਲ ਇਕੱਲਾ ਇੱਥੇ ਤੱਕ ਨਹੀਂ ਹੈ ਤੁਸੀਂ ਬਹੁਤ ਪੰਜਾਬ ਦੇ ਸਿਰ ਤੇ ਐਸ਼ ਕੀਤੀ ਹੈ ਪੰਜਾਬ ਦੇ ਸਿਰ ਤੇ ਤੁਸੀਂ ਆਪਣੀਆਂ ਗਾਂ 5-5 ਪੁਸ਼ਤਾਂ ਤੱਕ ਤੁਸੀਂ ਆਪਣੇ ਨਿਹਾਲ ਕਰ ਲਿਆ ਇੰਨੀਆਂ ਜ਼ਮੀਨਾਂ ਜਾਇਦਾਦਾਂ ਪੈਟਰੋਲ ਪੰਪ ਜਿਹਦੀਆਂ ਤੁਸੀਂ ਗੱਲ ਕਰ ਰਹੇ ਸੀ ਉਹ ਸਾਰੇ ਬਣਾਏ ਆ ਉਹ ਇੱਥੇ ਇਹਨਾਂ ਲੋਕਾਂ ਦੀ ਮਿਹਨਤ ਦੇ ਸਦਕਾ ਹੀ ਤੁਸੀਂ ਆਪਣੇ ਕੋਲ ਸਾਰਾ ਕੁਝ ਲੈ ਕੇ ਗਏ ਆ ਹੁਣ ਉਹ ਜਵਾਬਦੇਹੀ ਤੈਅ ਕਰਨ ਕਿਸਾਨ ਉਹਨਾਂ ਨੂੰ ਕਹਿਣ ਕਿ ਦੇਖੋ ਜੀ ਗੱਲ ਇਹ ਅਸੀਂ ਤੇ ਲੱਗੇ ਹੋਏ ਆ ਤੁਸੀਂ ਕੀ ਕਰਦੇ ਆ ਇੱਕ ਉੱਥੇ ਅਸੈਂਬਲੀ 'ਚ ਪਾਸ ਕਰਕੇ ਤੁਹਾਡਾ ਕੰਮ ਖਤਮ ਹੋ ਗਿਆ ਨਾ ਤੁਸੀਂ ਆਪਣੇ ਮਹਾਜ ਦੇ ਵਿੱਚ ਜੋ ਰਾਜਨੀਤਿਕ ਮਹਾਜ ਆ ਉਹ ਖੜਾ ਕਰੋ ਇਸ ਤਰੀਕੇ ਨਾਲ ਬਾਕੀ ਦਿਆਂ ਨੂੰ ਵੀ ਉਹ ਜਿਹੜੇ ਜਿੰਨੇ ਸਿੰਗਰ ਹੈ ਉਹਨਾਂ ਨੂੰ ਕਹਿਣ ਵੀ ਦੇਖੋ ਕੱਲੇ ਫਿਰਨ ਨਾਲੋਂ ਤੁਸੀਂ ਇੱਕ ਮਹਾਜ ਬਣਾਓ ਔਰ ਉਹਦੇ ਸਾਨੂੰ 5-4 ਰਿਪਰੈਜ਼ੈਂਟੇਟਿਵ ਦਿਓ ਇਸੇ ਤਰੀਕੇ ਨਾਲ ਰਾਈਟਰਸ ਦੇ ਇਸੇ ਤਰੀਕੇ ਨਾਲ ਜਰਨਲਿਸਟਾਂ ਦੇ ਇਸੇ ਤਰੀਕੇ ਨਾਲ ਥਿੰਕਰਸ ਦੇ ਇੱਕ ਸਮੁੱਚੇ ਪੰਜਾਬ ਦੀ ਇਹ ਹੋ ਸਕਦਾ ਕੋਈ ਪੋਸੀਬਲ ਨਹੀਂ ਇਹ ਤੁਰੰਤ ਨਹੀਂ ਹੋਊਗਾ ਪਰ ਜੇ ਉਹ ਇਹ ਸਵਾਲ ਪਾਉਣਗੇ ਹੀ ਨਹੀਂ ਆਪ ਹੀ ਲੱਗੇ ਰਹਿਣਗੇ ਤੇ ਐਉਂ ਲੋਕ ਫਿਰ ਹੌਲੀ ਕਹਿਣਗੇ ਯਾਰ ਬੱਸ ਵੀ ਕਰੋ ਹੁਣ ਜਾਂ ਫਿਰ ਇਹ ਪੁੱਛਣਗੇ ਯਾਰ ਇਹਦਾ ਅੰਤ ਕੀ ਹੋਊਗਾ ਕੁਝ ਮਿਲੂਗਾ ਵੀ ਇਹ ਥਕਾਵਟ ਵੱਲ ਜਾਊਗਾ ਜਦ ਤੱਕ ਅਸੀਂ ਆਏ ਦਿਨ ਕੋਈ ਨਵੀਂ ਚੀਜ਼ ਉਹਦੇ 'ਚ ਐਡ ਕਰਕੇ ਲੋਕਾਂ ਦਾ ਰੁਝੇਵੇਂ ਨੂੰ ਖਿੱਚ ਕੇ ਨਹੀਂ ਰੱਖਦੇ ਲੋਕਾਂ ਦੀ ਅਟੈਂਸ਼ਨ ਨੂੰ ਖਿੱਚ ਕੇ ਨਹੀਂ ਬੰਨ੍ਹ ਕੇ ਨਹੀਂ ਰੱਖਦੇ ਤਾਂ ਇਸ ਦੇ ਵਿੱਚ ਕਈ ਵਾਰੀ ਬੋਰੀਅਤ ਆ ਜਾਂਦੀ ਹੈ ਖੜੋਤ ਆ ਜਾਂਦੀ ਹੈ ਲੋਕ ਥੋੜ੍ਹੇ ਜਿਹੇ ਐਉਂ ਲੱਗਣ ਲੱਗ ਜਾਂਦੇ ਕਿ ਹੁਣ ਤੇ ਕੁਝ ਹੋਣਾ ਨਹੀਂ ਹੈ ਨਾ ਨੈਗੇਟਿਵ ਫੀਲਿੰਗ ਆਉਣ ਲੱਗਦੀ ਉਸ ਨੂੰ ਰੋਕਣ ਲਈ ਰੋਜ਼ ਦਾ ਇੱਕ ਨਾ ਇੱਕ ਨਵੀਂ ਚੀਜ਼ ਜਿਹੜੀ ਆ ਕਿਸਾਨਾਂ ਵੱਲੋਂ ਉਹਨਾਂ ਦੀ ਹੀ ਲੀਡਰਸ਼ਿਪ ਥੱਲੇ ਹੋਏ ਉਹ ਪਰ ਬਾਕੀ ਸਾਰੇ ਸਮੁਦਾਇ ਨੂੰ ਕਿਵੇਂ ਨਾਲ ਲੈਣਾ ਉਹਦੀ ਤਰਕੀਬ ਵੀ ਹੋਣੀ ਚਾਹੀਦੀ ਹੈ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਕਿ ਹਾਲ ਦੀ ਘੜੀ ਉਹਨਾਂ ਦੇ ਦਿਮਾਗ 'ਚ ਇਹ ਨਹੀਂ ਹੈ ਬਾਹਰ ਰੱਖੋ ਸਿਰਫ ਕਿਸਾਨ ਉਹੀ ਕਿਸਾਨ ਆਮ ਆਦਮੀ ਪਾਰਟੀ ਨੇ ਇੱਕ ਵਾਰੀ ਇਸ ਤਰ੍ਹਾਂ ਕੀਤਾ ਸੀ ਤੇ ਮੂੰਹ ਡਿੱਗੀ ਸੀ ਸਾਨੂੰ ਆਪਣੇ ਹੀ ਪਿਛਲੇ 10 ਸਾਲਾਂ ਦੇ ਰਾਜਨੀਤਿਕ ਤਜਰਬੇ ਤੋਂ ਘੱਟੋ ਘੱਟ ਮੈਂ ਤੇ ਸਿੱਖਿਆ ਕਿ ਇਹ ਨਹੀਂ ਕਿ ਜਿਹਨੇ ਇੱਕ ਵਾਰੀ ਸ਼ੁਰੂ ਕਰ ਲਿਆ ਹੁਣ ਇਹ ਮੂਵਮੈਂਟ ਉਹਨਾਂ ਦੇ ਨਾਲ ਹੀ ਐਂਡ ਹੋਣੀ ਆ ਇਸ ਦਾ ਹੋਰਾਈਜ਼ਨ ਵਧਾਉਣਾ ਚਾਹੀਦਾ ਇਹਦਾ ਧਰਾਤਲ ਵਧਾਉਣਾ ਚਾਹੀਦਾ ਪਰ ਕਿਸਾਨ ਜਥੇਬੰਦੀਆਂ ਦਾ ਖਾਸਾ ਤਾਂ ਜਾਇਜ਼ ਹੈ ਨਾ ਪ੍ਰੋਫੈਸਰ ਸਾਹਿਬ ਕਿ ਜਦੋਂ ਲੀਡਰ ਆਉਂਦੇ ਨੇ ਨਾ ਫਿਰ ਉਹ ਕਬਜ਼ਾ ਕਰਦੇ ਨੇ ਇਸ ਲਈ ਲੀਡਰਾਂ ਨੂੰ ਉਹਨਾਂ ਦੇ ਥਾਂ ਟਿਕਾਣੇ ਤਾਂ ਰੱਖਣਾ ਪਏਗਾ ਨਾ ਮੈਂ ਤਾਂ ਕਹਿੰਦਾ ਦੂਰ ਰੱਖੋ ਬਿਲਕੁਲ ਨਹੀਂ ਲਾਣ ਰੱਖੋ ਪਰ ਉਹ ਇਹ ਵੀ ਨਹੀਂ ਨਾ ਕਿ ਜਿਹੜੇ ਟਰੈਕਟਰਾਂ ਦੇ ਉੱਤੇ ਤਮਾਸ਼ਾ ਕਰਕੇ ਸੜਕਾਂ ਵਾਹ ਕੇ ਚਲੇ ਗਏ ਟਰੈਕਟਰਾਂ ਦੇ ਸੜਕਾਂ ਦੇ ਉੱਤੇ ਟਰੈਕਟਰਾਂ 'ਚ ਖੇਤਾਂ 'ਚ ਨਹੀਂ ਚਲਾਏ ਟਰੈਕਟਰ ਇਸ ਕਰਕੇ ਉਹਨਾਂ ਨੂੰ ਉਹ ਆਪਣਾ ਅਸੈਂਬਲੀ ਦਾ ਕੰਮ ਖਤਮ ਕਰਕੇ ਹੁਣ ਮੌਜਾਂ 'ਚ ਨਾ ਕਰਨ ਉਹ ਲਗਾਤਾਰ ਇਹਨਾਂ ਨਾਲੋਂ ਦੁੱਗਣੀ ਮਿਹਨਤ ਕਰਨ ਉਹਨਾਂ ਨੂੰ ਕੰਮੇ ਲਾਉਣ ਮੇਰਾ ਮਤਲਬ ਕੰਮੇ ਲਾਉਣ ਇਦਾਂ ਨਹੀਂ ਹੋ ਸਕਦਾ ਕਿ ਕਣਕ ਬੀਜਣੀ ਹੈ ਰਾਜਨੀਤੀ ਪਾਰਟੀ ਨੂੰ ਕਿ ਤੁਸੀਂ ਕਣਕ ਬੀਜੋ ਅਸੀਂ ਅੰਦੋਲਨ ਤੇ ਚੱਲਦੇ ਹਾਂ ਸੋ ਇਹ ਬਹੁਤ ਵੱਡਾ ਸਵਾਲ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਖੜਾ ਕੀਤਾ ਕਿ ਇਸ ਸਮੇਂ ਕਿਸਾਨ ਅੰਦੋਲਨ ਦਾ ਦਾਇਰਾ ਵਿਸ਼ਾਰ ਕਰਨ ਦੇ ਲਈ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਕੰਮ ਲਿਆ ਜਾਵੇ ਜਿਹੜੇ ਪੰਜਾਬ ਨੂੰ ਲੁੱਟਦੇ ਰਹੇ ਜਿਹੜੇ ਪੰਜਾਬ ਦੇ ਲੋਕਾਂ ਦੇ ਸਿਰਾਂ ਦੇ ਉੱਤੇ ਆਪਣੇ ਘਰ ਮਹਿਲ ਉਸਾਰਦੇ ਰਹੇ ਅੱਜ ਉਹਨਾਂ ਨੂੰ ਮੂਹਰੇ ਲਾ ਕੇ ਕੰਮ ਲਾਓ ਕਿ ਚਲੋ ਦਿੱਲੀ ਨੂੰ ਸਾਡੇ ਨਾਲ ਸੋ ਉਸ ਦੇ ਨਾਲ ਜਿਹੜਾ ਉਹਨਾਂ ਨੇ ਇਹ ਨੁਕਤਾ ਸਾਂਝਾ ਕੀਤਾ ਪ੍ਰੋਫੈਸਰ ਸਾਹਿਬ ਨੇ ਕਿ ਅੱਜ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਤੁਰਨ ਦੀ ਗੱਲ ਆ ਸੋ ਇਸ ਹਵਾਲੇ ਨਾਲ ਗੱਲ ਕਰਦੇ ਹਾਂ ਆਪਾਂ ਉੱਥੇ ਤੱਕ ਵੀ ਗੱਲ ਕਰਨੀ ਚਾਹਾਂਗੇ ਕਿ ਇਹ ਮੁਹਿੰਮ ਪੂਰੇ ਦੇਸ਼ ਦੇ ਵਿੱਚ ਬਣ ਸਕਦੀ ਹੈ ਕਿ ਸਾਰੇ ਸੂਬਿਆਂ ਦੀ ਖੇਤਰੀ ਪਾਰਟੀਆਂ ਦੀ ਜੋ ਸਥਿਤੀ ਆ ਖੇਤਰੀ ਹੱਕਾਂ ਦੀ ਜੋ ਸਥਿਤੀ ਆ
ਸੂਬਿਆਂ ਦੀ ਭਾਸ਼ਾ ਦੀ ਜੋ ਸਥਿਤੀ ਆ ਉਸ ਨੂੰ ਲੈ ਕੇ ਕਿ ਇੱਕ ਵੱਡੀ ਲਹਿਰ ਦੇਸ਼ ਭਰ 'ਚ ਵੀ ਖੜੀ ਹੋ ਸਕਦੀ ਹੈ, ਇਹਦੇ ਪਰ ਵੀ ਗੱਲ ਕਰਾਂਗੇ। ਪਰ ਸਮਾਂ ਛੋਟੀ ਜਿਹੀ ਬ੍ਰੇਕ ਲਈ ਰੁਕਾਂਗੇ, ਹੁਣੇ ਪਰਤਦੇ ਹਾਂ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV। ਵਿਜ਼ਨ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ, ਪ੍ਰੋਗਰਾਮ ਚਰਚਾ ਦਾ ਮੁੱਦਾ ਸਵਾਗਤ ਹੈ। ਪ੍ਰੋਫੈਸਰ ਸਾਹਿਬ, ਤੁਸੀਂ ਗੱਲ ਕਰ ਰਹੇ ਸੀ ਕਿ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਕੰਮ ਲੈਣ ਦੀ ਲੋੜ ਹੈ। ਜਿਹੜੇ ਨੁਮਾਇੰਦਿਆਂ ਨੂੰ ਅਸੀਂ ਕੰਮ ਕਰਨ ਲਈ ਚੁਣ ਕੇ ਭੇਜਦੇ ਹਾਂ, ਉਹ ਜਾ ਕੇ ਉੱਥੇ ਕੀ ਕਰਦੇ ਨੇ? ਸਵਾਲ ਇਕੱਲੀ ਹਰਸਿਮਰਤ ਦੇ ਅਸਤੀਫੇ ਦਾ ਨਹੀਂ ਹੈ, ਸਵਾਲ ਇਕੱਲੇ ਅਕਾਲੀ ਦਲ ਦੇ 9 ਮਾਸ ਦੇ ਰਿਸ਼ਤੇ ਟੁੱਟਣ ਦਾ ਨਹੀਂ ਹੈ। ਸੁਖਬੀਰ ਬਾਦਲ ਤੇ ਹਰਸਿਮਰਤ ਤੇ ਉੱਥੇ ਸੰਸਦ ਮੈਂਬਰ ਨਹੀਂ ਸੀ, ਸੰਸਦ ਮੈਂਬਰ ਤਾਂ ਹੋਰ ਵੀ ਸੀ। 13 ਸੰਸਦ ਮੈਂਬਰ ਪੰਜਾਬ ਨੇ ਚੁਣ ਕੇ ਭੇਜੇ ਨੇ ਲੋਕ ਸਭਾ ਦੇ ਵਿੱਚ, ਬਾਕੀ ਰਾਜ ਸਭਾ 'ਚ ਬੈਠੇ ਨੇ। ਉਹਨਾਂ ਦਾ ਕੰਮ ਕੀ ਹੈ ਫਿਰ? ਨਹੀਂ, ਬਿਲਕੁਲ ਦੀਪਕ ਜੀ, ਇੱਕ ਜਿਸ ਤਰ੍ਹਾਂ ਕੈਪਟਨ ਭਾਵੇਂ ਝੂਠਾ ਹੈ ਭਾਵੇਂ ਸੱਚਾ ਕਹਿੰਦੇ ਆ, ਦਿਲੋਂ ਕਹਿੰਦੇ ਜਾਂ ਕਿਵੇਂ ਕਹਿੰਦੇ, ਰਾਜਨੀਤਿਕ ਪਲਾਈ ਹੀ ਆ ਉਹਨਾਂ ਦਾ, ਪਰ ਕਹਿੰਦੇ ਤੇ ਹੈ ਨਾ ਕਿ ਆ ਮੇਰੇ ਕੋਲ ਅਸਤੀਫਾ, ਜੇ ਲੋੜ ਪਏ ਤਾਂ ਮੈਂ ਦਊਂਗਾ। ਇਹ ਗੱਲ ਸਾਡੇ MP ਕਿਉਂ ਨਹੀਂ ਕਹਿੰਦੇ? ਜੇ ਪੰਜਾਬ ਦੇ ਪੰਜਾਬ ਦੇ ਹਿੱਤ ਪਿਆਰੇ ਆ, ਪੰਜਾਬ ਦੀ ਕਿਸਾਨੀ ਪਿਆਰੀ ਆ, ਪੰਜਾਬ ਦੇ ਕਿਸਾਨੀ ਦਾ ਦੁੱਖ ਉਹ ਹੰਡਾਉਂਦੇ। ਉਂਝ ਤੇ ਬਿੱਟੂ ਇਹ ਕਹਿੰਦਾ ਉਹ ਮੈਂ ਮਾਰਿਆ ਜੀ, ਜਿਹੜਾ ਉਹਦਾ ਸ਼ੀਸ਼ਾ ਭੰਨਿਆ ਆ BJP ਦੇ ਪ੍ਰਧਾਨ ਦਾ, ਅਸ਼ਵਨੀ ਸ਼ਰਮਾ ਦਾ, ਉਹ ਤੇ ਮੈਂ ਤੋੜਿਆ। ਉਹ ਇਸ ਕਰਕੇ ਨਹੀਂ ਕਿ ਉਹਨੇ ਤੋੜਿਆ, ਸਾਰਿਆਂ ਨੂੰ ਹੀ ਪਤਾ ਵੀ ਉਹ ਜਾਣੀ ਕਿਸਾਨਾਂ ਦੇ ਹੱਕ 'ਚ ਖੜੇ ਹੋਣ ਲਈ ਰਾਜਨੀਤੀ ਕਰ ਰਿਹਾ ਸੀ। ਇਹ ਰਾਜਨੀਤੀ 'ਚੋਂ ਇਹਨਾਂ ਨੂੰ ਬਾਹਰ ਕੱਢ ਕੇ, ਝੂਠੀ ਰਾਜਨੀਤੀ ਤੋਂ ਬਾਹਰ ਕੱਢ ਕੇ ਅਸਲੀ ਰਾਜਨੀਤੀ 'ਚ ਲਿਆਉਣ। ਉਹਨਾਂ ਨੂੰ ਕਹਿਣ ਕਿ ਉਹ 13 ਦੇ 13 ਜਿਹੜੇ ਆਪਣੇ ਅਸਤੀਫੇ ਆ ਉਹ ਤਿਆਰ ਰੱਖਣ, ਉਹ ਨਾਲੇ ਪਤਾ ਲੱਗ ਜੂਗਾ। ਜਿੱਦਣ ਲੋਕ ਸਭਾ 'ਚ ਪਾਸ ਹੋਏ ਉਦਣੇ ਦਿੰਦੇ, ਜੇ ਇੰਨਾ ਹੀ ਦਰਦ ਸੀ। ਉਹ ਤੇ ਹੁਣ ਵੇਲਾ ਲੰਘ ਗਿਆ, ਨਹੀਂ ਦਿੱਤੇ। ਪਰ ਆਉਣ ਵਾਲੇ ਸਮੇਂ 'ਚ ਹੁਣ ਜਿਹੜੇ ਨਹੀਂ ਦਿੱਤੇ ਤੇ ਘੱਟੋ ਘੱਟ ਜੇ ਸੱਚੇ ਹੈਗੇ ਤੇ ਕੈਪਟਨ ਵਾਂਗੂ, ਜਿਸ ਤਰ੍ਹਾਂ ਉਹਨੇ ਦਿਖਾਇਆ ਅਸੈਂਬਲੀ ਦੇ ਵਿੱਚ ਕਿ ਆਹ ਦੇਖੋ ਮੈਂ ਵੀ ਇਹ ਲੈ ਬੈਠਾ, ਉਹ ਅੱਜ ਵੀ ਕਹਿੰਦੇ ਆ, ਕਹਿੰਦੇ ਕਿ ਜੇ ਮੈਨੂੰ ਸਾਡੀ ਅਸੈਂਬਲੀ ਜੇ ਤੋੜਨੀ ਆ ਤੋੜ ਦਿਓ, ਜੇ ਇੱਥੇ ਕੋਈ ਦੂਜਾ ਉਹਦਾ ਵੀ ਰਾਜਨੀਤਿਕ ਦਾ ਹੀ ਹੈ। ਬਿਲਕੁਲ ਰਾਜਨੀਤਿਕ ਦਾ ਆ। ਹੋ ਸਕਦਾ ਸਮਝਦਾਰ ਨਾਲ ਅੰਦਰੋਂ ਅੰਦਰੀ ਗੱਲ ਕਰਨ ਤੋਂ ਬਾਅਦ ਹੀ ਸਟੇਟਮੈਂਟ ਦਿੱਤੀ ਹੋਵੇ। ਰਾਜਨੀਤੀ 'ਚ ਤੇ ਲੀਡਰ ਸਾਰਾ ਕੁਝ ਕਰਦੇ ਹੀ ਹੈ, ਪਰ ਪਬਲਿਕ 'ਚ ਕੀ ਆ ਰਿਹਾ, ਪਬਲਿਕ ਸਪੋਚਰਿੰਗ 'ਚ ਕੀ ਆ ਰਿਹਾ? ਇਹ 13 ਦੇ 13 ਆਪਣੇ ਅਸਤੀਫੇ ਆਪਣੇ ਦੇ ਦੇਣ ਦਰਸ਼ਨਪਾਲ ਨੂੰ ਜਾਂ ਉਹਨਾਂ ਦੇ ਕੋਆਰਡੀਨੇਟਰ ਨੂੰ, ਜਾਂ ਕਿਸਾਨਾਂ ਦੇ, ਵੀ ਆਹ ਸਾਡੇ ਅਸਤੀਫੇ ਪਏ ਆ, ਜਦੋਂ ਕਹੋ ਉੱਥੇ ਤੁਸੀਂ ਦੇ ਦਿਓ, ਸਾਡੇ ਵੱਲੋਂ ਤੁਹਾਡੇ ਕੋਲੇ, ਅਸੀਂ ਤੁਹਾਡੇ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਵੀ ਆਰ ਵੈਡਡ ਟੂ ਯੋਰ ਕਾਜ਼, ਅਸੀਂ ਤੁਹਾਡੇ ਲਈ ਪੂਰਾ ਆਪਣੇ ਆਪ ਨੂੰ ਨਿਸ਼ਾਵਰ ਕਰਨ ਲਈ, ਨਿਸ਼ਾਵਰ ਕਰਨ ਲਈ ਤਿਆਰ ਬੈਠੇ ਆ। ਤਾਂ ਇਸ ਦੇ ਨਾਲ ਕਿੱਡਾ ਵੱਡਾ ਮੈਸੇਜ ਆਊਗਾ, ਦਿੱਲੀ ਹਿੱਲ ਜੂਗੀ ਕਿ ਯਾਰ ਇਹ ਪੰਜਾਬ ਦੇ ਵਿੱਚ ਕੀ ਹੋ ਰਿਹਾ। ਇਹ ਸਾਰੇ ਦੇਸ਼ ਦੇ ਵਿੱਚ ਮੈਸੇਜ ਆਊਗਾ, ਵਿਦੇਸ਼ਾਂ 'ਚ ਮੈਸੇਜ ਆਊਗਾ। ਇਸ ਲਈ ਅਸੀਂ ਬਾਰਡਰ ਸਟੇਟ ਹਾਂ, ਜੇ ਹੁਣ ਲੜਾਈ ਲੜਨੀ ਸ਼ੁਰੂ ਕਰੇ ਹੀ ਦਿੱਤੀ ਹੈ ਤੇ ਇਹਨੂੰ ਹੰਨੇ ਬੰਨੇ ਦੀ ਲੜਾਈ ਲੜਨੀ ਚਾਹੀਦੀ ਹੈ, ਤਾਂ ਕਿ ਗਾਂਹ ਤੋਂ ਮੋਦੀ ਵਰਗੇ ਕਿਸੇ ਵੀ ਹੋਰ ਸਰਕਾਰ ਦਾ ਜਾਂ NDA ਦਾ ਜਿੰਨਾ ਧੱਕਾ ਲਗਾਤਾਰ ਵਡਿੰਗਾ ਇਹਨਾਂ ਨੇ ਸ਼ੁਰੂ ਕਰਤਾ, ਮਜ਼ਦੂਰਾਂ ਦਾ, ਦਲਿਤਾਂ ਦਾ, ਹੋਰਨਾਂ ਕਿਸਮ ਦੇ, ਮਨਰੇਗਾ ਦੇ ਪੈਸੇ ਕੱਟਣੇ, ਹਰ ਪਾਸਿਓਂ ਜਾਣੀ ਤਰਾ ਮਚਾਈ ਹੋਈ ਆ। ਉਹ ਵੀ ਕਰੋਨਾ ਦੇ ਦੌਰਾਨ, ਜਦੋਂ ਸਾਰੀ ਸਰਕਾਰਾਂ ਦੁਨੀਆ ਦੀਆਂ ਆਪਣੀ ਪਬਲਿਕ ਨੂੰ ਪੈਸੇ ਦੇ ਰਹੀਆਂ, ਉਹਨਾਂ ਨੂੰ ਹੈਲਪ ਕਰ ਰਹੀਆਂ, ਤੇ ਇਹਨਾਂ ਨੇ ਵਡਿੰਗਾ ਸ਼ੁਰੂ ਕਰਤਾ। ਔਰ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਇਹ ਕੁਝ ਕੀਤਾ, ਤੇ ਉਹਦਾ ਜਿਹੜੀ ਇੱਕ ਰੈਜ਼ਿਸਟੈਂਟ ਮੂਵਮੈਂਟ ਆ ਕਿ ਅਸੀਂ ਤੁਹਾਨੂੰ ਸਬਕ ਸਿਖਾਉਂਦੇ ਆ, ਉਹ ਪੰਜਾਬ ਨੇ ਸ਼ੁਰੂ ਕੀਤੀ। ਔਰ ਪੰਜਾਬ ਨੂੰ ਇਹਨੂੰ ਹੰਨੇ ਬੰਨੇ ਦੀ ਲੜਾਈ ਸਮਝ ਕੇ ਲੜਨਾ ਚਾਹੀਦਾ। ਉਹਦੇ ਵਿੱਚ ਇੱਕ ਬਹੁਤ ਵੱਡੀ ਇਹ ਕੜੀ ਹੋ ਸਕਦੀ ਜੀ। ਜੇ ਇਹ ਕੜੀ ਹੋ ਸਕਦੀ ਹੈ ਫਿਰ ਸਾਹਿਬ, ਇੱਕ ਕੜੀ ਮੈਂ ਹੋਰ ਜਾਣਨਾ ਚਾਹੁੰਦਾ ਕਿ ਜਿਵੇਂ ਤੁਸੀਂ ਕਿਹਾ ਕਿ ਦੇਸ਼ ਵੀ ਇਹ ਦੇਖਦਾ ਹੈ, ਹੋਰ ਸੂਬੇ ਵੀ ਇਹ ਦੇਖਦੇ ਨੇ ਕਿ ਇਹ ਲੜਾਈ ਲਈ ਪੰਜਾਬ ਪਹਿਲਾਂ ਸਾਹਮਣੇ ਆਇਆ, ਚਾਹੇ ਉਹ ਕਿਸਾਨ ਅੰਦੋਲਨ ਹੋਵੇ, ਚਾਹੇ ਉਹ ਵਿਧਾਨ ਸਭਾ ਦਾ ਸੈਸ਼ਨ ਹੋਵੇ। ਕੀ GST ਦੀ ਮਾਰ ਨੇ, ਨੋਟਬੰਦੀ ਦੀ ਮਾਰ ਨੇ ਛੋਟਾ ਵਪਾਰੀ, ਦੁਕਾਨਦਾਰ, ਉਦਯੋਗਪਤੀ ਨਹੀਂ ਮਾਰਿਆ? ਉਹ ਪੰਜਾਬ ਦਾ ਉਦਯੋਗਪਤੀ ਕੀ ਦੇਸ਼ ਦੇ ਉਦਯੋਗਪਤੀ ਲਈ ਵੀ ਇੱਦਾਂ ਕਿਸਾਨਾਂ ਵਾਂਗ ਉਦਾਹਰਨ ਬਣ ਸਕਦਾ? ਕਿ ਇਸ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ, ਉਹਨਾਂ ਧਿਰਾਂ ਨੂੰ ਵੀ ਨਾਲ ਲੈ ਕੇ ਤੁਰਨ ਦੀ ਲੋੜ ਹੈ? ਬਿਲਕੁਲ ਲੋੜ ਹੈਗੀ ਆ। ਮੈਂ ਜਿਹੜਾ ਇਹ ਸੁਨੇਹਾ ਜਾਂਦਾ ਕਿ ਸ਼ਹਿਰੀ ਤਾਂ ਸ਼ਾਇਦ BJP ਦਾ ਵੋਟ ਬੈਂਕ ਹੈ ਜਾਂ ਉਹ ਸਾਊ ਵੋਟ ਬੈਂਕ, ਉਹ ਬੋਲਦਾ ਨਹੀਂ ਜੀ, ਉਹ ਮੌਕੇ ਉਹਨਾਂ ਦੇ ਵੀ ਨਾਲ ਆਉਂਦੇ ਨੇ, ਕੀ ਤਾਕਤ ਵੱਧਦੀ ਹੈ? ਬਿਲਕੁਲ, ਮੈਂ ਕਹਿੰਦਾ ਸਗੋਂ ਸੱਤ ਵੱਲ ਭੰਨ ਕੇ ਵੀ ਇਸ ਗੱਲ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੱਲੀ ਕਿਸਾਨੀ ਦੀ ਮੂਵਮੈਂਟ ਨਾ ਰਹੇ। ਮੇਰਾ ਤੇ ਕਹਿਣਾ ਕੋਈ ਵੀ ਹੋਰ ਸੈਕਸ਼ਨ ਹੈ, ਅਰਬਨ ਪਾਪੂਲੇਸ਼ਨ ਆ, ਜਿਹੜੇ ਛੋਟੇ ਕਾਰੋਬਾਰੀ ਆ, ਉਹ ਤੇ ਜਦੋਂ ਨੋਟਬੰਦੀ ਉਦੋਂ ਹੀ ਮਰ ਗਏ, ਕੁਛ GST ਵੇਲੇ ਮਰ ਗਏ, ਉਹ ਤੇ ਉਹਨਾਂ ਹਾਲਾਤਾਂ 'ਚ ਮਰੇ। ਉਹ ਇਸ ਵੇਲੇ ਵੀ ਬਹੁਤ ਤੰਗ ਆ। ਰਹਿੰਦਾ ਹੁੰਦਾ ਕਰੋਨਾ ਨੇ ਮਾਰਿਆ ਉਹਨਾਂ ਨੂੰ। ਤੁਸੀਂ ਕਦੀ ਆੜਤੀਏ ਹੜਤਾਲਾਂ ਤੇ ਦੇਖੇ ਸੀ? ਹੁਣ ਕਰ ਰਹੇ ਨਾ ਕਿਸਾਨਾਂ ਦੀ, ਕਿਉਂਕਿ ਇਸ ਕਾਨੂੰਨ ਦੇ ਨਾਲ ਆੜਤੀਆ ਵੀ ਮਰ ਰਿਹਾ। ਇਸ ਲਈ ਬਹੁਤ ਸਾਰੇ ਹੋਰ ਸਾਡੇ ਛੋਟੇ ਵਪਾਰੀ ਜਿਹੜੇ ਹੈ, ਜਾਂ ਸ਼ਹਿਰੀ ਜੀਵਨ ਵੀ ਉਹਦੇ ਹੁਣ ਕੀ, ਜਿਹੜਾ ਆਮ ਕੰਜ਼ਿਊਮਰ ਆ ਸ਼ਹਿਰੀ,
ਉਹ 50 ਰੁਪਏ ਕਿਲੋ 60 ਰੁਪਏ ਕਿਲੋ ਆਲੂ ਲੈ ਰਿਹਾ ਕਿ ਨਹੀਂ ਜਿਹੜੇ 100 ਰੁਪਏ ਕਿਲੋ ਪਿਆਜ਼ 100 ਰੁਪਏ ਪਿੱਛੇ ਜੇ ਤੇ 150 ਵੀ ਹੋ ਕੇ ਚਲਾ ਗਿਆ। ਇਹ ਸਾਰੀ ਕਿਰਪਾ ਇਹਨਾਂ ਦੀ ਹੈ ਜਿਨ੍ਹਾਂ ਨੇ ਜਿਹੜੀ ਹੋਰਡਿੰਗ ਨੂੰ ਫ੍ਰੀ ਕਰਤਾ, ਨਵਾਂ ਕਾਨੂੰਨ ਲਿਆ ਕੇ ਕਿ ਜਿੰਨੀ ਮਰਜ਼ੀ ਹੋਰਡਿੰਗ ਕਰੋ। ਜਾਨੀ ਤੁਸੀਂ ਸਟੋਰ 'ਚ ਰੱਖੇ ਜਿਹੜੇ ਗੰਢੇ ਆ ਉਹ ਸੋਨੇ ਦੇ ਬਣ ਜਾਂਦੇ ਆ, ਗੰਢਾ ਜਾਂਦਾ ਅੰਦਰੋਂ ਬਾਹਰ ਸੋਨੇ ਦਾ ਬਣ ਕੇ ਨਿਕਲਦਾ। ਇਹ ਹਾਲਤ ਆ। ਤੁਸੀਂ ਇਸ ਲਈ ਇਹ ਜਿਹੜੇ ਨਵੇਂ ਕਾਨੂੰਨ ਆਏ ਆ ਉਹਨਾਂ ਨੇ ਕੰਜ਼ਿਊਮਰ ਦਾ ਵੀ ਨੱਕ 'ਚ ਬਹੁਤ ਬੁਰੇ ਤਰੀਕੇ ਨਾਲ ਦਮ ਕਰਨਾ। ਇਹ ਇਕੱਲਾ ਇਹ ਨਹੀਂ ਪ੍ਰੋਡਿਊਸਰ ਦਾ ਕਰਨਾ ਕਿ ਖੇਤੀ ਜਿਹੜੇ ਪੈਦਾਵਾਰ ਕਰਦੇ ਆ ਜਾਂ ਛੋਟੇ ਛੋਟੇ ਕਾਰੋਬਾਰੀ ਆ ਉਹਨਾਂ ਦਾ ਨੱਕ 'ਚ ਹੋਣਾ, ਜਿਹਨੇ ਖਰੀਦਣਾ ਉਹਨਾਂ ਦਾ ਵੀ ਹੈਗਾ। ਇਸੇ ਕਰਕੇ ਇਹ ਲੋਕ ਮੂਵਮੈਂਟ ਬਣਨੀ ਚਾਹੀਦੀ ਹੈ, ਸਮੁੱਚੇ ਪੰਜਾਬ ਦੀ ਮੂਵਮੈਂਟ ਬਣਨੀ ਚਾਹੀਦੀ ਆ, ਸ਼ਹਿਰੀ ਲੋਕਾਂ ਦੀ ਵੀ ਮੂਵਮੈਂਟ ਬਣਨੀ ਚਾਹੀਦੀ ਹੈ। ਬਣੂਏ ਤਾਂ ਜੇ ਸਾਡੇ ਜਿਹੜੇ ਲੀਡਰ ਅੰਦਰ ਕਿਸਾਨਾਂ 'ਚ ਬੈਠੇ ਆ ਉਹ ਇਸ ਕਿਸਮ ਦੇ ਵਿਜ਼ਨ ਨੂੰ, ਇਸ ਕਿਸਮ ਦੀ ਸੋਚ ਨੂੰ ਉਹ ਪਹਿਲਾਂ ਰਜਿਸਟਰ ਕਰਨ, ਮੰਨਣ ਵੀ ਹਾਂ ਇਹ ਜ਼ਰੂਰੀ ਹੈ ਔਰ ਫਿਰ ਉਹਦੇ ਲਈ ਤਰਕੀਬ ਲਾਓ। ਤੇ ਜੇ ਇਹ ਤਰਕੀਬ ਲਾਉਣ ਦਾ ਇੱਕ ਤੁਸੀਂ ਗੱਲ ਸੰਘੀ ਢਾਂਚੇ ਦੀ ਕੀਤੀ ਸੀ ਕਿ ਇਸ ਸਮੇਂ ਸੰਘੀ ਕੁੱਟੀ ਜਾ ਰਹੀ ਹੈ ਸੂਬਿਆਂ ਦੀ, ਸੋ ਜਿਹੜੀ ਉਹ ਸੰਘੀ ਕੁੱਟ ਰਿਹਾ ਕੇਂਦਰ, ਉਹਦੇ ਲਈ ਵੀ ਕੀ ਦੇਸ਼ ਭਰ ਦੇ ਵਿੱਚ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਇੱਕ ਕੋਸ਼ਿਸ਼ ਕੀਤੀ ਹੈ ਕਿ 28 ਤਰੀਕ ਨੂੰ ਦਿੱਲੀ ਮੀਟਿੰਗ ਸੱਦ ਲਈ ਹੈ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਤਾਲਮੇਲ ਕਮੇਟੀ ਦੀ, ਸੋ ਉਹਦੇ ਨਾਲ ਉਹ ਤਾਂ ਕਿਸਾਨ ਅੰਦੋਲਨ ਤਾਂ ਦਿੱਲੀ ਵੱਲ ਨੂੰ ਵੱਧ ਗਿਆ, ਪਰ ਜਿਹੜਾ ਸੂਬਿਆਂ ਦਾ ਮਸਲਾ ਖੜਾ ਹੈ, ਸੂਬਿਆਂ ਦੇ ਅਧਿਕਾਰ ਖੋਣ ਦਾ ਮਸਲਾ ਖੜਾ, ਕਦੇ ਭਾਸ਼ਾ ਦੇ ਨਾਂ 'ਤੇ, ਕਦੇ ਟੈਕਸ ਦੇ ਨਾਂ 'ਤੇ, ਕਦੇ ਵੱਖੋ ਵੱਖ ਜਿਹੇ ਫੈਸਲੇ ਆਉਂਦੇ ਨੇ, ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਮੰਡੀ, ਇੱਕ ਦੇਸ਼ ਇੱਕ ਭਾਸ਼ਾ, ਸੋ ਇਸ ਢੰਗ ਨਾਲ ਸੂਬਿਆਂ ਤੋਂ ਜਿਹੜੇ ਅਧਿਕਾਰ ਖੋਏ ਜਾ ਰਹੇ ਨੇ, ਉਹਦੇ ਲਈ ਵੀ ਲੜਾਈ ਇਹਦੇ ਵਿੱਚ ਸ਼ਾਮਲ ਹੋ ਕੇ ਦੇਖੋ। ਜਿਹੜਾ ਫਾਈਨੈਂਸ ਕਮਿਸ਼ਨ 15th ਫਾਈਨੈਂਸ ਕਮਿਸ਼ਨ ਹੈ, ਮੈਂ ਉਹਦੀ ਰਿਪੋਰਟ ਪੜ੍ਹ ਰਿਹਾ ਸੀਗਾ ਕਿਉਂਕਿ ਕੁਛ ਜਿਸ ਤਰ੍ਹਾਂ MLA ਸਾਹਿਬਾਨ ਹੀ ਪੁੱਛ ਰਹੇ ਸੀ, ਪ੍ਰਗਟ ਨੇ ਉੱਥੇ ਬੋਲਣਾ ਸੀ, ਕਹਿੰਦੇ ਵੀ ਸਾਨੂੰ ਪ੍ਰੋਫੈਸਰ ਸਾਹਿਬ ਥੋੜ੍ਹਾ ਭੇਜੋ, ਤਾਂ ਮੈਂ ਫੋਲਣਾ ਸ਼ੁਰੂ ਕੀਤਾ। ਸੂਬਿਆਂ ਨੂੰ 14th ਫਾਈਨੈਂਸ ਕਮਿਸ਼ਨ 'ਚ 42% ਜਿਹੜਾ ਟੋਟਲ ਟੈਕਸ ਸੈਂਟਰ ਲੈ ਕੇ ਜਾਂਦਾ ਉਹ ਵਾਪਸ ਆਉਂਦਾ ਸੀਗਾ, ਬਾਕੀ ਜਿਹੜਾ ਹੈ ਉਹ ਦਿੱਲੀ ਕੋ ਰਹਿ ਜਾਂਦਾ। ਉਹਦੇ 'ਚ ਵੀ 1% ਕੱਟ ਲਾ ਕੇ ਵਧਾਉਣ ਦੀ ਜਗ੍ਹਾ ਹੁਣ ਉਹ 41% ਕਰਤਾ, ਔਰ ਉਹ ਵੀ ਦੇ ਨਹੀਂ ਰਹੇ। ਅੱਛਾ, ਹੁਣ ਹਾਲਤ ਇਹੀ ਹੈ ਨਾ, ਤੁਹਾਨੂੰ ਉਹ ਸਾਰਿਆਂ ਨੂੰ ਉਹ ਕਹਿੰਦੇ ਤੁਸੀਂ ਸਾਡੇ ਕੋਲ ਲੋਨ ਲੈ ਜਾਓ, ਬਿਲਕੁਲ ਅਸੀਂ ਸਾਡੇ ਕੋਲ ਪੈਸਾ ਹੈ ਨਹੀਂ। ਜਦੋਂ ਤੁਸੀਂ ਇਕਨੋਮੀ ਦਾ ਪੱਠਾ ਹੀ ਬਿਠਾਤਾ, ਇਸ ਵੇਲੇ ਜਿਹੜੀਆਂ ਰੇਟਿੰਗਸ ਆ ਰਹੀ ਸਾਡੀ ਇਕਨੋਮੀ ਦੀ ਇਸ ਸਾਲ ਦੇ ਅੰਦਰ -10.3% ਹੈਗੀ ਹੈ, ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਦੇਸ਼ ਬਹੁਤ ਵੱਡੇ ਡਿਜ਼ਾਸਟਰ ਦੇ ਵਿੱਚੋਂ ਦੀ ਤਬਾਹੀ 'ਚੋਂ ਗੁਜ਼ਰਨ ਵਾਲਾ, ਬੇਰੁਜ਼ਗਾਰੀ ਹੋਊਗੀ, ਮਹਿੰਗਾਈ ਹੋਊਗੀ, ਕਿਸਾਨੀ ਮਰੂਗੀ, ਅਨਾਜ ਰੁਲਦਾ ਫਿਰੂਗਾ, ਅਨਾਜ ਬਹੁਤ ਹੋਊਗਾ, ਇਹ ਨਹੀਂ ਕਿ ਅਨਾਜ ਨਹੀਂ ਹੋਊਗਾ, ਖਰੀਦਣ ਦੀ ਸ਼ਕਤੀ ਨਹੀਂ ਹੋਊਗੀ, ਭੁੱਖਮਰੀ ਫੈਲੂਗੀ। ਇਹ ਹਾਲਾਤ ਦੇਸ਼ ਦੇ ਅੰਦਰ ਬਣਨ ਵਾਲੇ ਆ। ਉਹਦੇ 'ਚ ਕਾਰਨ ਕੀ ਹੈ? ਇਹਦਾ ਪਾਲਸੀਆਂ ਜਿਹੜੀਆਂ ਪਿਛਲੇ 6-7 ਸਾਲ ਦੀਆਂ ਪਾਲਸੀਆਂ ਲੈ ਆਏ ਕਿ ਸੂਬਿਆਂ ਨੂੰ ਸਗੋਂ ਮਦਦ ਕਰਨ ਦੀ ਜਗ੍ਹਾ ਮੈਂ ਤੁਹਾਨੂੰ ਫਾਈਨੈਂਸ ਕਮਿਸ਼ਨ ਦੀ ਇਸੇ ਕਰਕੇ ਦੇ ਰਿਹਾ ਸੀ, ਉਹਨਾਂ ਨੂੰ ਸਗੋਂ ਐਕਸਟਰਾ ਇੱਕ ਸਟੈਪ ਦੇਣ ਦੀ ਜਗ੍ਹਾ ਸਾਰੀ ਜਗ੍ਹਾ ਸਕਵੀਜ਼ ਕਰੀ ਗਏ, ਤਾਂ ਉਹਨਾਂ ਨੂੰ ਦੱਬੀ ਗਏ, ਖੋਈ ਨਚੋੜੀ ਗਏ। ਔਰ ਉਹ ਪੈਸਾ ਕਿੱਥੇ ਜਿਹੜਾ ਬੈਂਕ 'ਚ ਜਾਂ ਰਿਜ਼ਰਵ ਬੈਂਕ 'ਚ ਪੈਸਾ ਗਿਆ, ਸਾਰਾ ਬੈਂਕਾਂ 'ਚ ਗਿਆ, ਉਹਨੂੰ ਰਾਹਤ ਦਿੱਤੀ ਕਾਰਪੋਰੇਟਾਂ ਨੂੰ। ਹਰ ਸਾਲ 2.5 ਤੋਂ 3 ਲੱਖ ਕਰੋੜ ਰੁਪਈਆ ਜਿਹੜਾ ਕਾਰਪੋਰੇਟਾਂ ਨੂੰ ਦਿੰਦਾ। ਜੇ ਤੁਸੀਂ ਤਕਰੀਬਨ 2 ਲੱਖ ਕਰੋੜ ਰੁਪਈਆ ਵੀ ਕਿਸਾਨੀ ਨੂੰ ਇੱਕ ਸਾਲ ਲਈ ਸਿਰਫ ਦੇ ਦਿਓ, ਇੱਥੇ ਦੇਖੋ ਕਿੱਡਾ ਵੱਡਾ ਬੂਸਟ ਹੁੰਦਾ। ਕਿਉਂਕਿ ਕਿਸਾਨ ਨੇ ਆਪਣੇ ਕੋਲ ਤਾਂ ਰੱਖਣਾ ਨਹੀਂ, ਉਹ ਪੈਸਾ ਬਾਜ਼ਾਰ 'ਚ ਆਉਣਾ, ਬਾਜ਼ਾਰ 'ਚ ਵੀ ਆਉਣਾ, ਕਰਜ਼ਾ ਲੱਥ ਜੂਗਾ, ਸੁਸਾਈਡ ਬੰਦ ਹੋ ਜਾਣਗੇ, ਬਹੁਤ ਘਟ ਜਾਣਗੇ, ਜਾਂ ਫਿਰ ਇਸੇ ਤਰੀਕੇ ਨਾਲ ਦੂਜੀਆਂ ਪ੍ਰਾਇਓਰਿਟੀਜ਼ ਇਹਨਾਂ ਦੀਆਂ ਇਹ ਹੋਣੀਆਂ ਚਾਹੀਦੀਆਂ ਸੀਗੀਆਂ ਜਿੰਨੀਆਂ ਵੀ ਵੈਲਫੇਅਰ ਦੀਆਂ। ਜਿਹੜੀ ਸਟੇਟ ਦਾ ਜਿਹੜੀ ਸਿੱਖਿਆ ਆ ਜਾਂ ਸਿਹਤ ਹੈ, ਇਹ ਵੈਲਫੇਅਰ ਦਾ ਹੀ ਪਾਰਟ ਹੁੰਦਾ ਹੈ, ਸਟੇਟ ਦੀ ਅਹਿਮ ਭੂਮਿਕਾ ਹੁੰਦੀ ਹੈ ਨਾ। ਕਿਸੇ ਉਹਦੇ ਬਗੈਰ ਸਰਕਾਰ ਦਾ ਕੋਈ ਵੀ ਡੈਮੋਕ੍ਰੈਟਿਕ ਸਰਕਾਰ ਦਾ ਕੋਈ ਮਤਲਬ ਨਹੀਂ, ਉਹ ਸਾਰੇ ਦਾ ਸਾਰਾ ਖਤਮ ਹੈ, ਆਲਮੋਸਟ ਖਤਮ ਹੈ। ਸਰਕਾਰ ਪ੍ਰਾਈਵੇਟਾਂ ਨੂੰ, ਹੋਰ ਈਵਨ ਜਿਹੜੇ ਨਵੇਂ ਆ ਰਹੇ ਆ, ਇਹਦੇ ਮੋਦੀ ਜੀ ਦੇ ਨਵੇਂ ਬਿਆਨ ਆ ਰਹੇ ਆ ਕਿ ਉਹ ਇਹ ਕਹਿਣ ਵੱਲ ਬੜੇ ਤੱਤ ਬਾਰੇ ਆ ਕਿ ਦੇਖੋ ਮੈਂ ਐਜੂਕੇਸ਼ਨ ਨੂੰ ਵੀ ਇੱਕ ਬੜੀ ਇੰਡਸਟਰੀ ਦੇ ਤੌਰ ਤੇ, ਕਿਸਾਨਾਂ ਨੂੰ ਵੀ ਕਹਿੰਦੇ ਕਿ ਤੁਹਾਨੂੰ ਉਦਯੋਗਪਤੀ ਬਣਾ ਦੇਣਾ, ਇਹਦਾ ਮਤਲਬ ਤੁਸੀਂ ਟੈਕਸ ਲੈਣ ਨੂੰ ਫਿਰਦੇ ਹੋ ਉਹਨਾਂ ਤੋਂ ਵੀ। ਬਿਲਕੁਲ ਉਦਮੀ ਬਣਾਉਣਾ ਕਹਿ ਰਹੇ ਆ, ਕਹਿੰਦੇ ਸਾਨੂੰ ਅੰਨਦਾਤਾ ਨਹੀਂ ਚਾਹੀਦਾ। ਹਾਂ, ਅੰਨਦਾਤਾ ਸ਼ਬਦ ਦੀ ਕਹਿੰਦੇ ਅੰਨਦਾਤਾ ਨਹੀਂ, ਸਾਨੂੰ ਹੁਣ ਪੁਰਾਣਾ ਹੋ ਗਿਆ, ਹੁਣ ਸਾਨੂੰ ਅਸੀਂ ਉਦਮੀ ਮਤਲਬ ਐਂਟਰਪ੍ਰੈਨਿਓਰ ਬਣਾਉਣਾ। ਇਹਦਾ ਮਤਲਬ ਉਹਨਾਂ ਤੋਂ ਤੁਸੀਂ ਟੈਕਸ ਵਸੂਲਣ ਦੀ ਤਿਆਰੀਆਂ ਸੋਚ ਰਹੇ ਹੋ। ਇਸ ਕਰਕੇ ਉਹਨਾਂ ਦੀ ਜਿਹੜੀ ਸੋਚ ਨੂੰ ਪਤਾ ਨਹੀਂ ਕਿਹਨੇ ਕੀ ਉਹਦੀ ਚਾਬੀ ਮਰੋੜਤੀ ਆ ਮੋਦੀ ਜੀ ਦੀ। ਮੋਦੀ ਜੀ ਤੋਂ ਬਗੈਰ ਕੋਈ ਹੋਰ ਸੁਣਦਾ ਹੀ ਨਹੀਂ ਕੋਈ। ਤੇ ਜਦੋਂ ਪਾਰਟੀਆਂ ਦੇ ਅੰਦਰ, ਸਰਕਾਰਾਂ ਦੇ ਅੰਦਰ ਡੈਮੋਕ੍ਰੇਸੀ ਨਾ ਰਹੇ, ਜਿਹੜੀ ਬਾਕੀ ਦੀਆਂ ਦੀ ਕਲੈਕਟਿਵ ਵਾਇਸ ਨਾ ਰਹੇ, ਸਾਰੇ ਬੰਦੇ ਐਵੇਂ ਚੂਹਿਆਂ ਵਾਂਗੂ ਡਰਦੇ ਹੋਣ ਜਿਵੇਂ ਬਿੱਲੀ ਮੀਟਿੰਗ ਲੈ ਰਹੀ ਹੈ ਤੇ ਕਿਸੇ ਨੂੰ ਵੀ ਖਾ ਲੂਗੀ, ਤਾਂ ਉੱਥੇ ਦੇਸ਼ ਕਿਵੇਂ ਚੱਲਣਾ? ਔਰ ਜਿਹੜੀ ਬਿੱਲੀ ਉਹਦਾ ਆਪਣਾ ਦਿਮਾਗ ਹੀ ਨਾ ਹੋਵੇ, ਉਹ ਦਿਮਾਗ ਜਾ ਕੇ ਕਾਰਪੋਰੇਟਾਂ ਤੋਂ ਲੈ ਕੇ ਆਵੇ ਜਾਂ ਵਰਲਡ ਬੈਂਕ ਤੋਂ ਲੈ ਕੇ ਆਏ, ਇਹਨਾਂ ਹਾਲਾਤਾਂ ਦੇ ਵਿੱਚ ਦੀਪਕ ਇਹ ਦੇਸ਼ ਦੀ ਖਤਰੇ ਦੀ ਗੱਲ ਹੀ ਆ। ਮੈਨੂੰ ਕਿੰਨੇ BJP ਦੇ ਲੀਡਰ ਪੰਜਾਬ 'ਚ ਮਿਲਦੇ ਆ, ਉਹ ਕਹਿੰਦੇ ਆ
ਆ ਜੀ, ਇੱਥੋਂ ਜਾ ਕੇ ਕੋਈ ਨਹੀਂ ਉਹਨੂੰ ਸਮਝਾਉਂਦਾ ਕਿ ਤੁਸੀਂ ਇੰਜ ਨਾ ਕਰੋ ਜੀ, ਹੈ ਕਹਿਣ ਜੋਗਾ ਹੀ ਨਹੀਂ ਕੋਈ। ਹਾਂ ਬਿਲਕੁਲ, ਕਿਸੇ ਨੂੰ ਉੱਥੇ ਨਹੀਂ ਸਮਝਾਉਂਦੇ। ਉਹ ਟੱਲੀ ਬੰਨਣੀ ਹੁੰਦੀ ਹੈ ਨਾ, ਬਿੱਲੀ ਦੇ ਕੋਲ ਬੰਨਣ ਨੂੰ ਤਿਆਰ ਨਹੀਂ ਕੋਈ। ਤੇ ਬੜਾ ਔਖਾ ਹੈਗਾ ਆ, ਇਸ ਕਰਕੇ ਕਿ ਇਹ ਗੱਲ ਨੂੰ ਜਿਹੜਾ ਕਿ ਪਹੁੰਚਾਉਣਾ ਉੱਥੇ, ਜਦ ਤੱਕ ਤੁਸੀਂ ਨਹੀਂ ਪਹੁੰਚਾਉਂਦੇ ਦੀਪਕ ਜੀ, ਤੇ ਉਹਨੂੰ ਕਿਵੇਂ ਸਮਝ ਪਊਗੀ? ਪ੍ਰਾਈਮ ਮਿਨਿਸਟਰ ਨੂੰ ਤਾਂ ਹੀ ਸਮਝ ਪਊਗੀ ਨਾ ਕਿ ਜੇ ਤੁਸੀਂ ਉੱਥੇ ਜਾ ਕੇ ਉਹਨਾਂ ਦੇ ਆਪਣੇ ਪਾਰਟੀ ਦੇ ਬੰਦੇ ਜਾਂ ਹੋਰ ਬੰਦੇ ਸਾਰੇ ਉਹਨਾਂ ਨੂੰ ਸਮਝਾਉਣ। ਬਿੱਲੀ ਦੇ ਗੱਲ ਟੱਲੀ ਬੰਨੇਗਾ ਕੌਣ? ਜੇ ਬਿੱਲੀ ਦੀ ਗੱਲ ਟੱਲੀ ਉਹਦੀ ਮੀਟਿੰਗ 'ਚ ਬੈਠਣ ਵਾਲੇ ਚੂਹੇ ਨਹੀਂ ਬੰਨ ਸਕਦੇ ਤਾਂ ਉਹ ਪੰਜਾਬ ਟੱਲੀ ਬੰਨਣ ਜਾਏਗਾ। ਸੋ ਕਿਤੇ ਨਾ ਕਿਤੇ ਪ੍ਰੋਫੈਸਰ ਸਾਹਿਬ ਨੇ ਜਿਹੜੀ ਗੱਲ ਸ਼ੁਰੂ 'ਚ ਕੀਤੀ ਸੀ ਕਿ ਹੁਣ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਨੂੰ, ਰਾਜਨੀਤਿਕ ਲੀਡਰਾਂ ਨੂੰ, ਸਾਰੀਆਂ ਜਥੇਬੰਦੀਆਂ ਨੂੰ, ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਦਿੱਲੀ ਵੱਲ ਨੂੰ ਤੁਰਨਾ ਪਏਗਾ। ਜਿਹੜੀ ਲੜਾਈ ਇਕੱਲੇ ਪੰਜਾਬ ਦੀ, ਪੰਜਾਬ ਦੇ ਕਿਸਾਨਾਂ ਦੀ, ਇਕੱਲੀ ਪੰਜਾਬ ਸੂਬੇ ਦੀ ਨਹੀਂ ਹੋਏਗੀ, ਉਹ ਦੇਸ਼ ਦੀ ਲੜਾਈ ਬਣ ਕੇ ਨਿਕਲੇ, ਲੋਕ ਲਹਿਰ ਬਣ ਕੇ ਨਿਕਲੇ, ਫਿਰ ਇਹ ਬਿੱਲੀ ਦੇ ਗੱਲ ਟੱਲੀ ਬੰਨੀ ਜਾਏਗੀ। ਸੋ ਦੇਖਦੇ ਹਾਂ, ਲੜਾਈ ਵੀ ਲੰਬੀ ਆ, ਮਸਲਾ ਵੀ ਲੰਬਾ ਹੈ, ਤੇ ਬਿੱਲੀ ਵੀ ਆਪਣੇ ਆਪ ਨੂੰ ਜ਼ਿਆਦਾ ਸ਼ੈਤਾਨ ਸਮਝਦੀ ਹੈ। ਸੋ ਦੇਖਦੇ ਹਾਂ ਟੱਲੀ ਕਦੋਂ ਵੱਜਦੀ ਹੈ ਤੇ ਕੌਣ ਵੱਜੇਗਾ, ਉਸ ਦੇ ਉੱਤੇ ਸਾਡੀ ਵੀ ਨਜ਼ਰ ਰਹੇਗੀ। ਫਿਰ ਪਰਤਾਂਗੇ ਨਵੇਂ ਮਹਿਮਾਨ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।